श्री नानक पग पंकज बंदन, पग पंकज बंदन। सिमरो अंगद दोख निकंदन। अमरदास गुर हृदय त्यामो, हृदय त्यामो। श्री गुरु रामदास गुण गावो, श्री अर्जन बिघ्नन के नासक, बिघ्नन के नासक। श्री हर गोबिंद शोभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम कृपाला, परम कृपाला। श्री गुरु गोबिंद सिंह विसाला। तरों धरा पर पुण्य पुण्य सीसा, वाहिगुरु पुण्य पुण्य सीसा। बंदों बार बार जगदीशा, जिसमें है अमृत ज्ञान है मानक भगत बैराग। श्री गुरु ग्रंथ साहिब उतद बंदों कर अनुराग। एक ओंकार सतगुरु तेह प्रसाद सच होए। वाहिगुरु जी की फतेह। बिघ्न विनाशन सोए। बैठे सतगुर तख्त सुहावत, सुरगन मैं जिम सुरपत भावत। कै मुन गान मैं रग कुल चंद, कै जादव मह कृष्ण बिलंद। बैठे सतगुर तख्त सुहावत। सच्चे पातशाह गरीब नवाज दीन दुनिया दे मालक, चबर छत्र तखत दे मालक, समरथ गुरु प्रतख गुरु, दीन दयाल कृपाल अंतरजामी पूਰਨ पार ब्रह्म परमेश्वर। वाहिगुरु अकाल पुरख जी दा सरगुण स्वरूप। धन 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 सच्चे पातशाह गरीब नवाज, दासां गरीबां सिखां सेवकां दी इज्जत पत रखण वाले धन धन सतगुरु श्री गुरु ग्रंथ साहिब जी महाराज। बड़े ही प्यार दे नाल सारियां संगतां दोवें हथ जोड़ के गज के आखो जी धन धन श्री गुरु ग्रंथ साहिब जी महाराज। सतगुरु जी दी पवित्र पावन हाजरी विखे सुभाईमान संगत जी, आप जी बड़े ही प्यार नाल सतगुरु जी की हाजरी विच जुड़ के बैठे हो। गुरु जी दे सोहणे दर्शन कर रहे हो।
ਸਭ ਸਿੱਖ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਆਪ ਜੀ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਸੰਗਤ ਜੀ, ਆਪ ਜੀ ਨੇ ਸਰਵਣ ਕੀਤਾ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਹਾੜ ਸੁਦੀ 10ਵੀਂ ਦਿਨ ਐਤਵਾਰ ਨੂੰ ਨਿਯਤ ਕੀਤਾ ਗਿਆ ਹੈ ਤਖਤ ਉੱਤੇ ਬੈਠਣ ਵਾਸਤੇ। ਸਾਰੀਆਂ ਸੰਗਤਾਂ ਉਹ ਦਿਨ ਉਡੀਕਦੀਆਂ ਨੇ, ਕਿਹੜਾ ਵੇਲਾ ਹੋਵੇ, ਐਤਵਾਰ ਵਾਲਾ ਦਿਨ ਆਵੇ, ਹਾੜ ਸੁਦੀ 10ਵੀਂ ਵਾਲਾ ਦਿਨ ਆਵੇ, ਸੱਚੇ ਪਾਤਸ਼ਾਹ ਮਹਾਰਾਜ ਜੀ ਤਖਤ ਸਾਹਿਬ ਉੱਤੇ ਬੈਠਣ ਜੀ। ਬਹੁਤ ਸਾਰੀਆਂ ਸੰਗਤਾਂ ਅੰਮ੍ਰਿਤਸਰ ਦੇ ਵਿੱਚ ਆ ਕੇ ਆਪਣੇ ਆਪਣੇ ਤੰਬੂ ਲਾ ਕੇ ਰਹਿਣ ਲੱਗ ਪਈਆਂ। ਕੋਈ ਘੋੜਾ ਲੈ ਕੇ ਆਇਆ, ਕੋਈ ਸ਼ਸਤਰ ਲੈ ਕੇ ਆਇਆ, ਕੋਈ ਕੁਝ ਲੈ ਕੇ ਆਇਆ। ਸਾਰਿਆਂ ਦੇ ਮਨ ਵਿੱਚ ਇਹੋ ਹੀ ਭਾਵਨਾ ਹੈ ਜਿਵੇਂ ਕਿਵੇਂ ਨਹੀਂ ਮੈਨੂੰ ਮੇਰੇ ਗੁਰੂ ਜੀ ਦੀ ਖੁਸ਼ੀ ਮਿਲੇ ਜੀ। ਗੱਜ ਕੇ ਆਖੋ ਵਾਹਿਗੁਰੂ, ਫਿਰ ਕਹੋ ਵਾਹਿਗੁਰੂ। ਸਾਰਿਆਂ ਦੇ ਮਨ ਦੀ ਇਹ ਭਾਵਨਾ ਹੈ ਕਿ ਮੈਨੂੰ ਮਹਾਰਾਜ ਜੀ ਦੀ ਖੁਸ਼ੀ ਮਿਲੇ ਜੀ। ਆਪਾਂ ਵੀ ਇੱਥੇ ਆਉਂਦੇ ਹਾਂ, ਸਾਡੇ ਆਉਣ ਦਾ ਮੁੱਖ ਮਨੋਰਥ ਕੀ ਹੈ? ਸਾਡੇ ਗਰੀਬਾਂ ਉੱਤੇ ਸਾਡੇ ਗੁਰੂ ਜੀ ਖੁਸ਼ ਹੋਣ ਤੇ ਸਾਡੀ ਨਾਮ 'ਚ ਸੁਰਤ ਜੁੜੇ ਜੀ। ਹਾਂਜੀ ਹਾਂ, ਕੋਈ ਆਪਣਾ ਕੰਮ ਕਰਨ ਆਉਂਦਾ ਉਹਦੀ ਗੱਲ ਵੱਖਰੀ ਹੈ, ਮੁੱਖ ਮਕਸਦ ਗੁਰੂ ਘਰ ਆਉਣ ਦਾ ਇਹੋ ਹੀ ਹੈ ਜੀ। ਇਸ ਕਰਕੇ ਜੋੜੋ ਹੱਥ ਗੁਰੂ ਜੀ ਦੇ ਅੱਗੇ, ਜਿਹੜਾ ਤੇ ਗੁਰੂ ਜੀ ਦੀ ਖੁਸ਼ੀ ਲੈਣੀ ਚਾਹੁੰਦਾ ਹੈ ਜੀ। ਪਿਆਰ ਨਾਲ ਕਹੋ ਸ੍ਰੀ ਵਾਹਿਗੁਰੂ ਵਾਹਿਗੁਰੂ। ਹਜੂਰ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਦੇ ਵਿੱਚ ਬਹੁਤ ਸੰਗਤਾਂ ਆਈਆਂ। ਹਾੜ ਸੁਦੀ 10ਵੀਂ ਦਾ ਦਿਨ ਆਇਆ, ਮਹਾਰਾਜ ਗੁਰੂ ਕੇ ਮੇਲੋਂ ਨਿਕਲੇ ਜੀ। ਨਾਲ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਹਨ, ਕੁਝ ਸਿੱਖ ਨਾਲ ਨੇ। ਗੁਰੂ ਕੇ ਮਹਿਲ ਤੋਂ ਤੁਰ ਕੇ ਮਹਾਰਾਜ ਨੇ ਹਰਿਮੰਦਰ ਸਾਹਿਬ ਆਉਣਾ ਹੈ ਜੀ। ਅਕਾਲ ਤਖਤ ਸਾਹਿਬ ਤਿਆਰ ਹੋਇਆ, ਜਿੱਥੇ ਬਹੁਤ ਸੰਗਤਾਂ ਬੈਠੀਆਂ ਮਹਾਰਾਜ ਨੂੰ ਉਡੀਕ ਰਹੀਆਂ ਨੇ ਜੀ। ਇੱਕ ਸਿੱਖ ਆਇਆ, ਉਹਨੇ ਉੱਚੀ ਦਿੱਤੀ ਆ ਕੇ ਆਖਿਆ, ਭਾਈ ਤੁਸੀਂ ਇੱਥੇ ਬੈਠੇ ਹੋ, ਮਹਾਰਾਜ ਦਰਸ਼ਨੀ ਦਰਵਾਜ਼ੇ ਦਰਸ਼ਨੀ ਦਿਉੜੀ ਪਹੁੰਚ ਰਹੇ ਨੇ ਜੀ। ਦਾਸ ਨੇ ਉਦਣ ਵੀ ਕੱਲ ਵੀ ਬੇਨਤੀ ਕੀਤੀ ਸੀ, ਗੁਰੂ ਕੇ ਮਹਿਲ ਤੋਂ ਹਰਿਮੰਦਰ ਸਾਹਿਬ ਜਾਂਦਿਆਂ ਰਸਤੇ ਦੇ ਵਿੱਚ ਬਾਜ਼ਾਰ ਦੇ ਵਿੱਚ ਇੱਕ ਛੱਤ ਪਈ ਹੋਈ ਹੈ, ਉੱਤੇ ਗੁੰਬਦ ਬਣਿਆ, ਉਹਨੂੰ ਅੰਮ੍ਰਿਤਸਰ ਸ਼ਹਿਰ ਦੀ ਦਰਸ਼ਨੀ ਦਿਉੜੀ ਮੰਨਿਆ ਜਾਂਦਾ ਸੀਗਾ ਜੀ। ਸਿੱਖ ਸੰਗਤਾਂ ਉੱਥੇ ਪਹੁੰਚ ਗਈਆਂ। ਮਹਾਰਾਜ ਗਰੀਬ ਨਵਾਜ ਜੀ ਨੇ ਸੋਹਣੀ ਦਸਤਾਰ ਸਜਾਈ, ਕਲਗੀ ਸਜਾਈ ਹੈ, ਚੋਲਾ ਪਾਇਆ, ਸ਼ਸਤਰ ਨਹੀਂ ਸਜਾਏ ਮਹਾਰਾਜ ਨੇ। ਮਹਾਰਾਜ ਆ ਰਹੇ ਨੇ ਸੱਚੇ ਪਾਤਸ਼ਾਹ। ਬੜੀਆਂ ਸੰਗਤਾਂ ਨੇ ਖੁੱਲ੍ਹੇ ਦਰਸ਼ਨ ਦੀਦਾਰੇ ਕੀਤੇ, ਜੈ ਜੈਕਾਰ ਕੀਤੀ। ਫਿਰ ਮਹਾਰਾਜ ਹਰਿਮੰਦਰ ਸਾਹਿਬ ਆਏ ਜੀ। ਹਰਿਮੰਦਰ ਸਾਹਿਬ ਨਮਸਕਾਰ ਕਰਕੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸੰਗਤ ਵਿੱਚ ਉਸ ਜਗ੍ਹਾ ਆਏ ਜਿੱਥੇ ਅਕਾਲ ਬੂੰਗਾ ਅਕਾਲ ਤਖਤ ਸਾਹਿਬ ਬਣਿਆ। ਸਤਿਗੁਰਾਂ ਨੇ ਇੱਕ ਸਿੱਖ ਨੂੰ ਆਖਿਆ, ਭਾਈ ਸਿੱਖਾ ਲੈ ਕੇ ਆ ਸ਼ਸਤਰ। ਉਹ ਸ਼ਸਤਰ ਲੈ ਕੇ ਆਇਆ। 2 ਸ੍ਰੀ ਸਾਹਿਬਾਂ ਮਹਾਰਾਜ ਨੇ ਧਾਰਨ ਕੀਤੀਆਂ ਜੀ। ਪਿੱਛੇ ਲੱਕ ਨਾਲ ਤੀਰਾਂ ਦਾ ਭਰਿਆ ਹੋਇਆ ਪੱਥਾ ਸਤਿਗੁਰਾਂ ਨੇ ਉਹ ਬੰਨ੍ਹ ਲਿਆ ਜੀ। ਹੱਥ ਵਿੱਚ ਕਮਾਨ ਫੜ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਸਾਰੇ ਸ਼ਸਤਰ ਸਜਾ ਕੇ ਤਖਤ ਸਾਹਿਬ ਨੂੰ ਮੱਥਾ ਟੇਕ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖਤ ਸਾਹਿਬ ਉੱਤੇ ਬੈਠੇ ਹਨ ਜੀ। ਆਖੋ ਵਾਹਿਗੁਰੂ। ਗੱਜ ਕੇ ਸਾਰੇ ਆਖੋ ਭਾਈ ਵਾਹਿਗੁਰੂ। ਮਹਾਰਾਜ ਗਰੀਬ ਨਵਾਜ ਤਖਤ ਸਾਹਿਬ ਦੇ ਉੱਤੇ ਬੈਠੇ ਹੈ। ਬਹੁਤ ਸੋਹਣੇ ਸੰਗਤਾਂ ਨੂੰ ਦਰਸ਼ਨ ਹੋਏ ਹੈ। ਗੁਰੂ ਹਰਗੋਬਿੰਦ ਸਾਹਿਬ ਪਿਆਰੇ ਸਤਿਗੁਰੂ ਜੀ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਹੈ। ਬਾਬਾ ਬੁੱਢਾ ਜੀ ਪਾਸ ਖਲੋਤੇ, ਸਿੱਖ ਖਲੋਤੇ ਹੈ। ਗੁਰਸਿੱਖਾਂ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਦੁਨਿਆਵੀ ਜਿਹੜੇ ਰਾਜੇ ਹਨ ਉਹ ਮਹਾਰਾਜ ਇੱਕ ਸ਼ਸਤਰ ਧਾਰਨ ਕਰਦੇ, ਇੱਕ ਤਲਵਾਰ ਪਾਉਂਦੇ ਹੈ, ਤੇ ਸਤਿਗੁਰੂ ਜੀ ਮਹਾਰਾਜ ਆਪ ਨੇ 2 ਸ਼ਸਤਰ ਧਾਰਨ ਕੀਤੇ ਹੈ। ਤੇ ਗੁਰੂ ਸਾਹਿਬ ਨੇ ਫਿਰ ਉਹਦਾ ਕਾਰਨ ਦੱਸਿਆ। ਮਹਾਰਾਜ ਕਹਿੰਦੇ, ਭਾਈ ਪਿਆਰਿਓ, ਇੱਕ ਦਾ ਨਾਮ ਹੈ ਮੀਰੀ,
ਤੇ ਦੂਸਰੇ ਦਾ ਨਾਮ ਹੈ ਪੀਰੀ। ਮੀਰੀ ਕਾਹਦੇ ਵਾਸਤੇ ਹੈ? ਮੀਰ ਨਾਮ ਬਾਦਸ਼ਾਹਤ ਦਾ ਹੈ ਜੀ। ਮੀਰਾ ਦਾਨਾ ਦਿਲ ਸੋਚ। ਬਾਦਸ਼ਾਹਾਂ ਦੀ ਬਾਦਸ਼ਾਹਤ, ਉਹ ਜਿਹੜੀ ਸ਼ਕਤੀ ਹੈ ਉਹ ਸਾਡੀ ਮੀਰੀ ਵਿੱਚ ਹੋਏਗੀ। ਪੀਰਾਂ ਦੀ ਰੂਹਾਨੀਅਤ ਤਾਕਤ ਵਾਲੀ ਜਿਹੜੀ ਸ਼ਕਤੀ ਹੈ ਉਹ ਮਹਾਰਾਜ ਕਹਿੰਦੇ ਸਾਡੀ ਪੀਰੀ ਵਿੱਚ ਹੋਏਗੀ। ਅੱਜ ਵੀ ਸੰਗਤ ਜੀ ਮੇਰੀ ਤੇ ਪੀਰੀ ਜਿਹੜੀਆਂ ਦੋ ਸ੍ਰੀ ਸਾਹਿਬਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਾਰਨ ਕੀਤੀਆਂ, ਉਹਨਾਂ ਦੋਵਾਂ ਸ੍ਰੀ ਸਾਹਿਬਾਨ ਦੇ ਦਰਸ਼ਨ ਸ੍ਰੀ ਅਕਾਲ ਤਖਤ ਸਾਹਿਬ ਕਰਾਏ ਜਾਂਦੇ ਨੇ ਜੀ। ਤੁਹਾਡੇ ਚੋਂ ਬੜੇ ਪ੍ਰੇਮੀਆਂ ਨੇ ਕੀਤੇ ਹੋਣਗੇ। ਜਦੋਂ ਸ਼ਸਤਰ ਤੇ ਦਰਸ਼ਨ ਕਰਾਉਂਦੇ ਆ ਉਹ ਕਹਿੰਦੇ ਆ ਇਹ ਸ੍ਰੀ ਸਾਹਿਬ ਸਤਿਗੁਰੂ ਜੀ ਦੀ ਮੀਰੀ ਦੀ ਹੈ, ਇਹ ਸ੍ਰੀ ਸਾਹਿਬ ਸਤਿਗੁਰੂ ਜੀ ਦੀ ਪੀਰੀ ਦੀ ਹੈ। ਮੀਰੀ ਤੇ ਪੀਰੀ ਸ਼ਸਤਰ ਦੋਵੇਂ ਹੀ ਅਕਾਲ ਤਖਤ ਸਾਹਿਬ ਸਤਿਗੁਰੂ ਜੀ ਦੇ ਸੁਭਾਏਮਾਨ ਹਨ। ਗੱਜ ਕੇ ਆਖੋ। ਸੋ ਮਹਾਰਾਜ ਗਰੀਬ ਨਵਾਜ ਜੀ ਨੇ ਦੱਸਿਆ ਮੇਰੀ ਪੀਰੀ ਸ਼ਸਤਰ ਗੁਰੂ ਜੀ ਨੇ ਦੋਵੇਂ ਹੀ ਧਾਰਨ ਕੀਤੇ ਆ। ਅਡੋਲ ਹੋ ਕੇ ਸੱਚੇ ਪਾਤਸ਼ਾਹ ਬੈਠੇ ਆ ਜੀ। ਬੀਰ ਰਸ ਵਿੱਚ ਮਹਾਰਾਜ ਬੈਠੇ ਆ, ਵਾਹਿਗੁਰੂ ਬੀਰ ਆਸਣ ਵਿੱਚ ਬੈਠੇ ਆ। ਕੱਲ ਵੀ ਦੱਸਿਆ ਸੀਗਾ ਬੀਰ ਆਸਣ ਕਿਹੜਾ ਹੁੰਦਾ? ਬੀਰ ਆਸਣ ਹੁੰਦਾ ਜਦੋਂ ਅੰਮ੍ਰਿਤ ਛਕੀਏ ਨਾ, ਤੇ ਸੰਗਤ ਜੀ ਜਿਸ ਆਸਣ ਵਿੱਚ ਅੰਮ੍ਰਿਤ ਛਕਾਇਆ ਜਾਂਦਾ, ਸਿੰਘ ਅੰਮ੍ਰਿਤ ਛਕਦਾ, ਉਹਨੂੰ ਬੀਰ ਆਸਣ ਕਹਿੰਦੇ। ਇੱਕ ਗੋਡਾ ਹੇਠਾਂ ਇੱਕ ਉੱਪਰ ਜੀ। ਗੱਜ ਕੇ ਆਖੋ। ਅੰਮ੍ਰਿਤ ਛਕਣ ਲੱਗਿਆਂ ਬੀਰ ਆਸਣ ਦੇ ਵਿੱਚ ਸਿੱਖ ਨੂੰ ਬਿਠਾਇਆ ਜਾਂਦਾ, ਸਿੰਘ ਬਣਾਇਆ ਜਾਂਦਾ ਜੀ। ਫਿਰ ਸੁਰਤ ਖੜੋ ਉਸ ਪਾਸੇ ਜੀ। ਤਖਤ ਸਾਹਿਬ ਉੱਤੇ ਸਤਿਗੁਰੂ ਜੀ ਬੈਠੇ ਨੇ। ਕਿਵੇਂ ਬੈਠੇ ਨੇ? ਬੀਰ ਆਸਣ ਵਿੱਚ ਬੈਠੇ ਤੇ ਅਡੋਲ ਬੈਠੇ ਨੇ ਜੀ। ਬੀਰ ਆਸਣ ਕਿਹੜਾ ਹੈ? ਇੱਕ ਗੋਡਾ ਹੇਠਾਂ ਇੱਕ ਗੋਡਾ ਉੱਪਰ ਹੈ। ਦੋ ਸ੍ਰੀ ਸਾਹਿਬਾਂ ਇੱਕ ਇੱਧਰ ਪਾਈ ਇੱਕ ਇੱਧਰ ਪਾਈ ਹੈ ਜੀ। ਤੇ ਸੰਗਤ ਜੀ ਫਿਰ ਮਹਾਰਾਜ ਦੇ ਲੱਕ ਨੂੰ ਮੋਢੇ ਨੂੰ ਤੀਰਾਂ ਦਾ ਭੱਥਾ ਵੱਜਾ ਹੈ, ਜਿਸ ਵਿੱਚ ਬੜੇ ਬੜੇ ਤਿੱਖੇ ਤੀਰ ਹਨ ਜੀ। ਹੱਥ ਵਿੱਚ ਸਤਿਗੁਰਾਂ ਨੇ ਕਮਾਨ ਫੜੀ ਹੈ, ਬੈਠੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹੈ। ਮਹਾਰਾਜ ਜੀ ਦੇ ਦਰਸ਼ਨ ਕਿਹੋ ਜਿਹੇ ਨੇ? ਆਓ ਹੁਣ ਕਥਾ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਠੇ ਸਤਿਗੁਰ ਤਖਤ ਸੁਹਾਵਤ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਤਖਤ ਸਾਹਿਬ ਦੇ ਉੱਤੇ ਬੈਠੇ ਬਹੁਤ ਫੱਬ ਰਹੇ ਨੇ, ਸ਼ੋਭਾ ਪਾ ਰਹੇ। ਚੇਤਾ ਰੱਖਿਓ ਤਖਤ ਬਹਿ ਤਖਤਾ ਕੀ ਲਾਇਕ। ਹਾਂਜੀ, ਤਾਂ ਕਈ ਬੰਦੇ ਗੱਦੀ ਉੱਤੇ ਬੈਠਿਆਂ ਫੱਬਦੇ ਨਹੀਂ ਜੀ। ਕਿਉਂ? ਉਹਨਾਂ ਦੇ ਅੰਦਰ ਉਹ ਗੱਲ ਨਹੀਂ ਹੁੰਦੀ ਜੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਤਖਤ ਦੇ ਉੱਤੇ ਬੈਠੇ ਬਹੁਤ ਫੱਬ ਰਹੇ ਨੇ, ਬੜੀ ਸ਼ੋਭਾ ਪਾ ਰਹੇ ਨੇ। ਸੁਰਗੁਣ ਮੈਂ ਜਿਮ ਸੁਰਪਤ ਭਾਵਤ। ਸਿੱਖ ਬੈਠੇ ਨੇ, ਵਿੱਚ ਘਾਰ ਉੱਚਾ ਤਖਤ ਹੈ, ਸਤਿਗੁਰੂ ਬੈਠੇ ਨੇ। ਕਵੀ ਰਾਜ ਭਾਈ ਸੰਤੋਖ ਸਿੰਘ ਪਤਾ ਕੀ ਲਿਖਦੇ? ਕਹਿੰਦੇ ਮਹਾਰਾਜ ਇੰਝ ਲੱਗਦੇ ਜਿਵੇਂ ਬਾਕੀ ਦੇਵਤੇ ਬੈਠੇ ਹੋਣ ਤੇ ਦੇਵਤਿਆਂ 'ਚ ਇੰਦਰ ਦੇਵਤਾ ਬੈਠਾ ਹੁੰਦਾ ਹੈ। ਉਹਦੇ ਤੋਂ ਵੀ ਵੱਡੀ ਸ਼ੋਭਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਹਾਂਜੀ, ਕੈ ਮੋਨ ਗਨ ਮੈਂ ਰਘੂ ਕੁਲ ਚੰਦ। ਤੇ ਸਾਧ ਸੰਗਤ ਜੀ ਬੜੇ ਬੜੇ ਮੁਨੀਆਂ ਦੇ ਵਿੱਚ ਨਾ, ਰਿਸ਼ੀਆਂ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਜਾ ਕੇ ਬੈਠਦੇ ਸਨ, ਗਿਆਨ ਦੀਆਂ ਗੱਲਾਂ ਕਰਦੇ ਸੀ, ਬੜੇ ਫੱਬਦੇ ਹੁੰਦੇ ਸੀਗੇ। ਕਹਿੰਦੇ ਇਉਂ ਲੱਗਦਾ ਜਿਵੇਂ ਮੁਨੀਆਂ ਦੇ ਵਿੱਚ ਨਾਮ ਜਪਣ ਵਾਲਿਆਂ ਵਿੱਚ ਰਾਮਚੰਦਰ ਜੀ ਬੈਠੇ ਹੁੰਦੇ ਆ ਨਾ, ਉਹ ਫੱਬਦੇ ਆ। ਮਹਾਰਾਜ ਉਹਨਾਂ ਤੋਂ ਵੀ ਵੱਧ ਸ਼ੋਭਾ ਪਾ ਰਹੇ ਆ। ਹਾਂਜੀ, ਕੈ ਜਾਦਵ ਮਹਿ ਕ੍ਰਿਸ਼ਨ ਬਿਲੰਦ। ਜਿਵੇਂ ਜਾਦਵਾਂ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਬੈਠੇ ਫੱਬਦੇ ਆ, ਇਸੇ ਤਰ੍ਹਾਂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਅਕਾਲ ਤਖਤ ਸਾਹਿਬ ਬੈਠੇ ਫੱਬ ਰਹੇ ਨੇ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਮਹਾਰਾਜ ਤਖਤ ਸਾਹਿਬ ਉੱਤੇ ਬੈਠੇ ਫੱਬਦੇ ਹਨ। ਹੇਰ ਹੇਰਮ ਉਪਮਾ ਗਾਵਤ। ਤੇ ਸਾਧ ਸੰਗਤ ਜੀ ਉਸ ਸਮੇਂ ਕਹਿੰਦੇ ਮਹਾਰਾਜ ਜੀ ਨੇ ਸੁਰ ਸਿੰਘ ਤੋਂ ਢਾਡੀ ਵੀ ਮੰਗਾਏ ਸਨ ਜੀ। ਪਹਿਲਾਂ ਗੁਰੂ ਘਰ 'ਚ ਢਾਡੀ ਨਹੀਂ ਸੀ ਹੁੰਦੇ, ਕੀਰਤਨੀਏ ਹੀ ਹੁੰਦੇ ਸਨ। ਉਸ ਦਿਨ ਫਿਰ ਸਤਿਗੁਰਾਂ ਨੇ ਢਾਡੀ ਮੰਗਵਾਏ ਆ। ਢਾਡੀ ਕੀ ਕਰਦੇ ਆ? ਮਹਾਰਾਜ ਗਰੀਬ ਨਵਾਜ ਜੀ ਦੇ ਸੋਹਣੇ ਦਰਸ਼ਨ ਕਰ ਕਰਕੇ
ਕਰ ਕਰਕੇ ਤੇ ਮਹਾਰਾਜ ਜੀ ਦੀ ਉਪਮਾ ਗਾਉਂਦੇ ਆ। ਕੀ ਕਹਿੰਦੇ ਆ? ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਤੇ ਸਤਿਗੁਰਾਂ ਵੱਲ ਬਾਂਹ ਦਾ ਇਸ਼ਾਰਾ ਕਰਕੇ ਕਹਿੰਦੇ ਸਨ, ਪੱਗ ਤੇਰੀ ਕਿ ਜਹਾਂਗੀਰ ਦੀ। ਮਹਾਰਾਜ ਪੱਗ ਤੇ ਜਹਾਂਗੀਰ ਵੀ ਬੰਨ੍ਹਦਾ, ਪਰ ਮਹਾਰਾਜ ਉਹਦੀ ਪੱਗ ਆਪ ਜੀਆਂ ਦੇ ਦਸਤਾਰੇ ਅੱਗੇ ਕੁਝ ਵੀ ਨਹੀਂ ਹੈਗੀ। ਸੱਚੇ ਪਾਤਸ਼ਾਹ ਸਿੱਖ ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ ਉਪਮਾ ਕਰਦੇ, ਸਿਫਤ ਕਰਦੇ ਗੁਰੂ ਜੀ ਦੀ। ਹਾਂਜੀ, ਦੋਹ ਦੇਸ਼ ਚਾਮਰ ਚਾਰ ਟੁਰਾਵਤ। ਤੇ ਸੁਣਿਓ, ਆਪਾਂ ਤੇ ਇੱਕ ਚੌਰ ਸਾਹਿਬ ਕਰਦੇ, ਸਾਡੇ ਬੰਦੇ ਥੱਕਦੇ ਆ ਨਾ। ਦੋਵਾਂ ਪਾਸੇ ਚੌਰ ਸਾਹਿਬ ਹੁੰਦਾ ਜੀ ਮਹਾਰਾਜ। ਇੱਕ ਸਿੱਖ ਇੱਧਰ ਖਲੋਤਾ, ਇੱਕ ਇੱਧਰ। ਚੇਤਾ ਰੱਖਿਓ, ਤੁਸੀਂ ਆਮ ਹੀ ਫਿਲਮਾਂ ਵਿੱਚ ਸੀਰੀਅਲਾਂ ਵਿੱਚ ਦੇਖਿਆ ਹੋਏਗਾ, ਜਦੋਂ ਰਾਜੇ ਲੋਕ ਤਖਤ ਤੇ ਬਹਿੰਦੇ ਸਨ ਤੇ ਦੋ ਚੌਰ ਸਾਹਿਬ ਹੁੰਦੇ ਸੀਗੇ ਉਹਨਾਂ ਨੂੰ ਜੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋਵੇਂ ਪਾਸੇ ਸਿੱਖ ਖਲੋਤੇ ਚੌਰ ਸਾਹਿਬ ਕਰ ਰਹੇ ਆ ਜੀ, ਉੱਚਾ ਉੱਚਾ ਚੌਰ ਸਾਹਿਬ ਕਰ ਰਹੇ ਆ। ਹਾਂਜੀ, ਮਨ ਹੋ ਮਰਾਲ ਬਿਸਦ ਉੱਡ ਆਵਤ। ਕਹਿਣ ਲੱਗੇ ਮਾਨੋ ਹੰਸ ਉਡਾਰੀਆਂ ਮਾਰ ਰਹੇ ਹੁਣ ਸੱਚੇ ਪਾਤਸ਼ਾਹ ਜੀ ਦੇ ਸੀਸ ਉੱਤੇ। ਹਾਂਜੀ, ਮੁਕਤਾ ਗਨ ਪਰ ਸ਼ੋਹਣ ਨਾ ਪਾਵਤ। ਤੇ ਸੰਗਤ ਜੀ, ਮਹਾਰਾਜ ਗਰੀਬ ਨਵਾਜ ਜੀ ਦੇ ਨਾ ਇਹ ਉੱਪਰ ਚੌਰ ਸਾਹਿਬ ਕਰਨ ਦਾ ਵੀ ਇੱਕ ਤਰੀਕਾ ਹੈ। ਗੱਜ ਕੇ ਆਖੋ ਮਰਿਆਦਾ ਹੈ। ਕਈ ਇੰਝ ਹੀ ਕਰਦੇ ਆ, ਸਿੱਧਾ ਜਿਹਾ ਹੱਥ ਕਰਕੇ ਨਾ ਐਂ ਕਰਦੇ, ਉਹ ਚੌਰ ਸਾਹਿਬ ਨਹੀਂ। ਚੌਰ ਸਾਹਿਬ ਹੈ ਜਿਵੇਂ ਅੱਧਾ ਚੰਦਰਮਾ ਹੁੰਦਾ ਹੈ ਨਾ, ਉਸੇ ਤਰ੍ਹਾਂ ਹੱਥ ਤਾਂ ਨੂੰ ਜਾਵੇ ਤੇ ਉੱਥੇ ਆ ਕੇ ਹੀ ਹੱਥ ਮੁੱਕੇ ਜੀ। ਸੋਹਣਾ ਚੌਰ ਸਾਹਿਬ ਹੋਵੇ, ਉੱਚਾ ਚੌਰ ਸਾਹਿਬ ਹੋਵੇ, ਪਤਾ ਲੱਗਦਾ ਹੈ ਵੀ ਚੌਰ ਸਾਹਿਬ ਹੋ ਰਿਹਾ ਹੈ ਜੀ। ਗੱਜ ਕੇ ਆਖੋ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਹੁਤ ਫੱਬ ਰਹੇ ਨੇ। ਮਨਹੋ ਮਰਾਲ ਬਿਸਤ ਉੱਡ ਆਵਤ, ਮੁਕਤਾ ਗਨ ਪਰ ਛੋਹਤ ਨਾ ਪਾਵਤ। ਕਹਿੰਦੇ ਆ ਉਹ ਚੌਰ ਸਾਹਿਬ ਇਸ ਤਰ੍ਹਾਂ ਕਰਦੇ ਵੀ ਮਹਾਰਾਜ ਦੀ ਕਲਗੀ ਨੂੰ ਨਾ ਛੂਵੇ, ਸਤਿਗੁਰਾਂ ਦੇ ਸੀਸ ਤੇ ਲੱਗੇ ਮੋਤੀਆਂ ਨੂੰ ਨਾ ਛੂਵੇ। ਗੱਜ ਕੇ ਆਖੋ। ਉੱਚਾ ਚੌਰ ਸਾਹਿਬ ਕਰਦੇ ਨਾ। ਕਈ ਬਿਲਕੁਲ ਨਾਲ ਹੀ ਰੁਮਾਲਾ ਸਾਹਿਬ ਦੇ ਲਾਉਂਦੇ ਆ। ਸਾਰੇ ਧਿਆਨ ਦਿਆ ਕਰੋ, ਚੌਰ ਸਾਹਿਬ ਕਰਨ ਦਾ ਤਰੀਕਾ ਹੈ। ਬਾਬਾ ਆਨੰਦ ਸਿੰਘ ਜੀ ਚੌਰ ਸਾਹਿਬ ਕਰਦੇ, ਉੱਚਾ ਚੌਰ ਸਾਹਿਬ ਕਰਦੇ। ਸਿੰਘ ਕਹਿੰਦੇ, ਪ੍ਰੇਮੀ ਕਹਿੰਦੇ, ਬਾਬਾ ਜੀ ਉੱਚਾ ਚੌਰ ਸਾਹਿਬ ਕਿਉਂ ਕਰਦੇ? ਕਹਿੰਦੇ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਨਾਨਕ ਸਾਹਿਬ ਹਨ। ਕਹਿੰਦੇ ਇਹ ਭਾਵਨਾ ਰੱਖਿਆ ਕਰੋ, ਉੱਚਾ ਚੌਰ ਸਾਹਿਬ ਕਰਨਾ, ਕਿਤੇ ਮਹਾਰਾਜ ਦੇ ਦਸਤਾਰੇ ਨੂੰ ਨਾ ਵੱਜ ਜਾਵੇ, ਮਹਾਰਾਜ ਜੀ ਦੇ ਰੁਮਾਲਿਆਂ ਨੂੰ ਨਾ ਲੱਗੇ ਚੌਰ ਸਾਹਿਬ। ਹਾਂਜੀ, ਦੁੱਤ ਅਖੰਡ ਮੁਖ ਮੰਡਲ ਕੇਰੀ। ਜਿਹੜੀ ਮਹਾਰਾਜ ਜੀ ਦੇ ਮੁਖੜੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੋਭਾ ਸੀ ਨਾ, ਉਹ ਅਖੰਡ ਸੀਗੀ ਜੀ, ਭਾਵ ਇੱਕ ਰਸ ਸੀਗੀ ਜੀ। ਵੇਖੋ ਨਾ ਜੀ, ਇੱਕ ਰਸ ਮਹਾਰਾਜ ਮੁਸਕਰਾ ਰਹੇ ਹੈ। ਇੱਕ ਰਸ ਅਸੀਂ ਥੋੜ੍ਹਾ ਜਿਹਾ ਮੁਸਕਰਾਉਂਦੇ ਹਾਂ, ਬਾਅਦ ਵਿੱਚ ਚਿਹਰਾ ਪਹਿਲਾਂ ਵਰਗਾ ਹੋ ਜਾਂਦਾ ਹੈ ਜੀ। ਮਹਾਰਾਜ ਇੱਕ ਰਸ ਮੁਸਕਰਾ ਰਹੇ ਸੱਚੇ ਪਾਤਸ਼ਾਹ। ਹਾਂਜੀ, ਤੇਜ ਵਿਸਾਲ ਦਿਪਿਓ ਤਿਸ ਬੇਰੀ। ਕਹਿੰਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਖ ਵਿੱਚੋਂ ਉਸ ਸਮੇਂ ਤੇਜ ਨਿਕਲਦਾ ਹੈ ਜੀ, ਪ੍ਰਕਾਸ਼ ਨਿਕਲਦਾ ਹੈ। ਸਾਧ ਸੰਗਤ ਜੀ, ਹਰ ਇੱਕ ਦਾ ਆਪੋ ਆਪਣਾ ਹੁੰਦਾ ਹੈ। ਗੱਜ ਕੇ ਆਖੋ। ਨਾਮ ਜਪਣ ਵਾਲਿਆਂ ਦੇ ਅੰਦਰੋਂ ਨਿਕਲਦਾ ਹੈ ਤੇਜ ਪ੍ਰਤਾਪ ਜੀ। ਹਾਂਜੀ, ਭਇਓ ਹੁਕਮ ਸੰਗਤ ਸਭ ਆਵੇ। ਫਿਰ ਮਹਾਰਾਜ ਨੇ ਹੁਕਮ ਕੀਤਾ ਵੀ ਹੁਣ ਸੰਗਤ ਸਾਰੀ ਅੱਗੇ ਆਵੇ। ਹਾਂਜੀ, ਚਿਤ ਬਾਂਛਤ ਲੈ ਭੇਟ ਚੜਾਵੇ। ਤੇ ਭਾਈ ਜਿਹੜਾ ਸਾਡੇ ਵਾਸਤੇ ਭੇਟਾਵਾਂ ਲੈ ਕੇ ਆਇਆ ਨਾ, ਮਹਾਰਾਜ ਕਹਿੰਦੇ ਉਹ ਭੇਟਾ ਲੈ ਦੇ ਦਿਓ, ਭੇਟ ਕਰ ਦਿਓ। ਮਹਾਰਾਜ ਕਹਿੰਦੇ ਜੋ ਮੰਗੇਗਾ ਉਹਨੂੰ ਮਿਲੇਗਾ। ਕਹਿਣ ਲੱਗੇ ਮੂੰਹ ਮੰਗੀਆਂ ਮੁਰਾਦਾਂ ਮਿਲਣਗੀਆਂ। ਹਾਂਜੀ, ਤਬ ਸੰਗਤ ਆਈ ਸਮੁਦਾਏ। ਫਿਰ ਸਾਰੀ ਸੰਗਤ ਇਕੱਠੀ ਹੋ ਕੇ ਅੱਗੇ ਆਈ ਜੀ। ਹਾਂਜੀ, ਹੁਮ ਹੁਮਾਏ ਦਰਸ਼ਨ ਚਿਤ ਲਚਾਏ। ਤੇ ਮਨ ਵਿੱਚ ਚਾਅ ਵਧਾ ਕੇ ਨਾ, ਹੁਮਾ ਕੇ ਅੱਗੇ ਹੋ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਦੇ ਆ। ਐਸੇ ਦਰਸ਼ਨ ਇਹ ਮਾਨੋ ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਸਤਰ ਧਾਰ ਕੇ ਬੈਠੇ ਹੋਣ ਜੀ। ਗੱਜ ਕੇ ਆਖੋ। ਜੋਤ ਉਹ ਹੈ ਨਾ, ਮੰਨ ਲਓ ਗੁਰੂ ਨਾਨਕ ਦੇਵ ਮਹਾਰਾਜ ਜੀ 6ਵੇਂ ਪਾਤਸ਼ਾਹ ਦਾ ਰੂਪ ਹੈ। 6ਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਹੈ। ਗੁਰੂ ਨਾਨਕ ਸਾਹਿਬ ਵੀ 2 ਤਲਵਾਰਾਂ ਪਹਿਨ ਕੇ ਬੈਠੇ ਹੋਣ ਜੀ।
ਹਾਂਜੀ। ਮਹਾ ਭੀਰ ਭੀ ਚੌਂਕ ਮਝਾਰਾ। ਕਹਿਣ ਲੱਗੇ ਫਿਰ ਕੀ ਹੈ, ਚੌਂਕ ਵਿੱਚ ਚੌਂਕ ਤੱਕ ਸੰਗਤਾਂ ਦੀਆਂ ਲਾਈਨਾਂ ਲੱਗ ਗਈਆਂ। ਉਸ ਦਿਨ ਇੰਨਾ ਵੱਡਾ ਇਕੱਠ ਹੋਇਆ ਸੀਗਾ ਜੀ ਸੰਗਤ ਦਾ ਦਰਸ਼ਨਾਂ ਵਾਸਤੇ। ਹਾਂਜੀ। ਦਰਸਹ ਸਤਿਗੁਰ ਖਰੇ ਹਜ਼ਾਰਾ। ਹਜ਼ਾਰਾਂ ਲੋਕ ਦਰਸ਼ਨ ਕਰਨ ਵਾਸਤੇ ਖੜੇ ਨੇ ਲਾਈਨਾਂ ਵਿੱਚ, ਵਾਰੀ ਨਹੀਂ ਵੱਜ ਰਹੀ ਜੀ। ਤੇ ਮਹਾਰਾਜ ਜੀ ਦੇ ਦੋਵੇਂ ਪਾਸੇ ਹੀ ਚੌਰ ਸਾਹਿਬ ਹੋ ਰਿਹਾ ਜੀ। ਮਹਾਰਾਜ ਮੁਸਕਰਾ ਰਹੇ, ਛੇਵੇਂ ਪਾਤਸ਼ਾਹ। ਥੋੜਾ ਥੋੜਾ ਦਾੜਾ ਸਤਿਗੁਰਾਂ ਦੇ ਮੁਖ ਤੇ ਆਇਆ ਜੀ ਅਜੇ। ਹਾਂਜੀ। ਭਈ 71 ਸਮੋ ਲਖ ਨਿਕਾ। ਉਠਿਓ ਬ੍ਰਿਧ ਕੀਨਸ ਤਬ ਟੀਕਾ। ਸਾਧ ਸੰਗਤ ਜੀ ਫਿਰ ਬਾਬਾ ਬੁੱਢਾ ਸਾਹਿਬ ਜੀ ਉੱਠੇ। ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੇ ਮੱਥੇ ਉੱਤੇ ਕੇਸਰ ਦਾ ਟਿੱਕਾ ਲਾਇਆ ਜੀ, ਚੰਦਨ ਦਾ। ਹਾਂਜੀ। ਕੇਸਰ ਚੰਦਨ ਕੋ ਤਬ ਸੋਹਾ। ਕੇਸਰ ਤੇ ਚੰਦਨ ਨੂੰ ਰਲਾ ਕੇ ਨਾ ਫਿਰ ਟਿੱਕਾ ਲਾਉਂਦੇ ਹੁੰਦੇ ਸੀਗੇ ਜੀ। ਹਾਂਜੀ। ਪਿਖ ਮੁਖ ਮੰਡਲ ਸਭ ਮਨ ਮੋਹਾ। ਆਖੋ ਵਾਹਿਗੁਰੂ। ਵੇਖੋ ਇਹ ਵੀ ਸੰਗਤ ਜੀ ਬਾਬਾ ਬੁੱਢਾ ਜੀ ਦੇ ਹਿੱਸੇ ਆਇਆ ਸਤਿਗੁਰਾਂ ਦੇ ਮੱਥੇ ਉੱਤੇ ਹੱਥ ਲਾਉਣ ਦਾ ਜੀ। ਕਿਹਦੀ ਇੰਨੀ ਸਾਧ ਸੰਗਤ ਜੀ ਸਮਰੱਥਾ ਹੈ ਕਿ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੱਥੇ ਉੱਤੇ ਹੱਥ ਲਾਵੇ ਜੀ। ਹਾਂਜੀ। ਪ੍ਰਥਮ ਬ੍ਰਿਧ ਨੇ ਧਰੀ ਅਕੋਰ। ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੇ ਸਾਧ ਸੰਗਤ ਦੀ ਵਸਤੂ ਭੇਟਾ ਕੀਤੀ ਜੀ। ਹਾਂਜੀ। ਨਮੋ ਕੀਨ ਕਰ ਜੋਰ ਨਿਹੋਰ। ਨਮਸਕਾਰ ਕੀਤੀ। ਜਿਹੜੀ ਉਦਣ ਦਸਤਾਰ ਬੰਨੀ ਸੀ ਨਾ, ਉਹ ਸੀ ਪਰਿਵਾਰ ਵਾਲੀ ਜੀ। ਆਖੋ ਵਾਹਿਗੁਰੂ। ਉਹ ਕਿਹੜੀ ਸੀ? ਪਰਿਵਾਰ ਵਾਲੀ। ਅੱਜ ਗੁਰਤਾ ਗੱਦੀ ਵਾਲਾ ਟਿੱਕਾ ਲਾਇਆ ਜੀ। ਹਾਂਜੀ। ਬਹੁਰੋ ਨਿਕਟ ਜੇ ਰਹਿ ਮਸੰਦ। ਬਾਬਾ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਜਿਨ੍ਹਾਂ ਨੂੰ ਗੁਰਤਾ ਗੱਦੀ ਦਾ 2 ਵਾਰੀ ਤਿਲਕ ਲੱਗਾ ਹੈ ਜੀ। ਕਿਵੇਂ? ਇੱਕ ਵਾਰੀ ਗੁਰੂ ਅਰਜਨ ਸਾਹਿਬ ਆਪਣੀ ਹਾਜ਼ਰੀ ਵਿੱਚ ਰਾਤ ਨੂੰ ਕੋਠਾ ਸਾਹਿਬ ਬਿਠਾ ਕੇ ਲਵਾ ਕੇ ਗਏ ਜੀ। ਇੱਕ ਵਾਰੀ ਤਖਤ ਤੇ ਬਿਠਾ ਕੇ ਮਹਾਰਾਜ ਨੇ ਕਿਹਾ ਸੀ ਲਵਾਇਓ। ਉਹ ਮਰਿਆਦਾ ਬਾਬਾ ਜੀ ਨੇ ਕੀਤੀ ਜੀ। ਬਹੁਰੋ ਨਿਕਟ ਜੇ ਰਹਿ ਮਸੰਦ। ਬਾਬਾ ਜੀ ਤੋਂ ਬਾਅਦ ਲਾਗੇ ਲਾਗੇ ਜਿੰਨੇ ਮਸੰਦ ਸਨ, ਚੇਤਾ ਰੱਖਿਓ, ਸਭ ਤੋਂ ਪਹਿਲਾਂ ਮੱਥਾ ਟੇਕਣ ਦਾ ਜੇ ਕਿਸੇ ਕੋਲ ਅਧਿਕਾਰ ਸੀ, ਉਹ ਬਾਬਾ ਬੁੱਢਾ ਜੀ ਨੂੰ ਸੀਗਾ ਜੀ। ਆਖੋ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਜੀ ਦਾ ਏਡਾ ਵੱਡਾ ਤੇਜ ਪ੍ਰਤਾਪ ਹੈ। ਫਿਰ ਲਾਗੇ ਮਸੰਦਾਂ ਨੇ ਮੱਥਾ ਟੇਕਿਆ 6ਵੇਂ ਪਾਤਸ਼ਾਹ ਨੂੰ। ਹਾਂਜੀ। ਧਰਹਿ ਭੇਟ ਬੰਦਤ ਕਰ ਬੰਦ। ਕੋਈ ਮਸੰਦ ਸ੍ਰੀ ਸਾਹਿਬ ਲੈ ਕੇ ਆਇਆ, ਕੋਈ ਕਟਾਰ ਲੈ ਕੇ ਆਇਆ, ਜੋ ਜੋ ਲੈ ਕੇ ਆਇਆ ਉਹਨੇ ਭੇਟਾ ਰੱਖ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ ਜੀ। ਹਾਂਜੀ। ਤਿੰਨ ਪਾਸੇ ਜੇ ਦੇਸ਼ ਵਿਦੇਸ਼। ਉਹਨਾਂ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ, ਹਜ਼ਾਰਾਂ ਸੰਗਤਾਂ ਜਿਹੜੀਆਂ ਲਾਈਨਾਂ 'ਚ ਲੱਗੀਆਂ ਹੋਈਆਂ ਨੇ। ਹਾਂਜੀ। ਜਿਨ ਕੇ ਸੰਗਤ ਸੰਗ ਸ਼ੇਸ਼। ਜਿਨ੍ਹਾਂ ਦੇਸ਼ਾਂ ਵਿਦੇਸ਼ਾਂ ਦੇ ਮਸੰਦਾਂ ਦੇ ਨਾਲ ਬੜੀ ਸੰਗਤ ਆਈ ਹੈ। ਹਾਂਜੀ। ਲੈ ਸਕਲ ਉਪਾਇ ਨਵਾਏ। ਸਾਰੇ ਆਪੋ ਆਪਣੀਆਂ ਭੇਟਾਵਾਂ ਲੈ ਕੇ ਆਏ। ਸੋਨੇ ਦੇ ਮੁੱਠੇ ਵਾਲੀਆਂ ਸ੍ਰੀ ਸਾਹਿਬਾਂ, ਕੋਈ ਚਾਂਦੀ ਦੇ ਮੁੱਠੇ ਵਾਲੀਆਂ, ਕੋਈ ਸਰਬ ਲੋਹੇ ਦੇ ਮੁੱਠੇ ਵਾਲੀਆਂ, ਬੜੀਆਂ ਬੜੀਆਂ ਤਿੱਖੀਆਂ ਫੌਲਾਦ ਦੀਆਂ ਬਣੀਆਂ ਹੋਈਆਂ ਬੜੀਆਂ ਬੜੀਆਂ ਮਹਿੰਗੀਆਂ ਸ੍ਰੀ ਸਾਹਿਬਾਂ ਮਹਾਰਾਜ ਵਾਸਤੇ ਲੈ ਕੇ ਆਏ। ਗੱਜ ਕੇ ਆਖੋ ਸੰਗਤ ਜੀ, ਇਹ ਕੋਈ ਆਮ ਕੰਮ, ਸਧਾਰਨ ਕੰਮ ਨਹੀਂ ਸੀਗਾ ਜੀ। ਉਹ ਜਿਹੜੇ ਨਾਗਣੀ ਬਰਸ਼ੇ ਦੇ ਦਰਸ਼ਨ ਤੁਸੀਂ ਕਰਦੇ ਹੋ ਨਾ ਆਨੰਦਪੁਰ ਸਾਹਿਬ, 17,000 ਰੁਪਈਆ ਉਸ ਸਮੇਂ ਲਵਾ ਕੇ ਮਹਾਰਾਜ ਨੂੰ ਭੇਟਾ ਕੀਤਾ ਸੀ ਕਿਸੇ ਨੇ। 17,000 ਰੁਪਈਆ ਬਣਾਉਣ ਤੇ ਲੱਗਾ ਸੀ ਉਸ ਜ਼ਮਾਨੇ ਵਿੱਚ ਜੀ। ਅੱਜ ਤੇ ਕਰੋੜਾਂ ਹੀ ਹੋਏਗਾ ਜੀ। ਉਸ ਜ਼ਮਾਨੇ ਵਿੱਚ 17,000 ਰੁਪਈਆ ਲੱਗਾ, ਫਿਰ ਉਹ ਬਣਿਆ ਜੀ। ਇਸੇ ਤਰ੍ਹਾਂ ਬੜੀਆਂ ਬੜੀਆਂ ਮਹਿੰਗੀਆਂ ਸ੍ਰੀ ਸਾਹਿਬਾਂ ਸਿੱਖ ਮਹਾਰਾਜ ਨੂੰ ਭੇਟਾ ਕਰਦੇ ਆ ਜੀ। ਹਾਂਜੀ। ਧਰਹਿ ਅਗਾਰੀ ਭੇਟ ਬਣਾਏ। ਗੱਜ ਕੇ ਆਖੋ ਭੇਟ ਰੂਪ ਦੇ ਵਿੱਚ ਮਹਾਰਾਜ ਜੀ ਦੇ ਅੱਗੇ ਰੱਖਦੇ ਆ। ਹਾਂਜੀ। ਬਸਤਰ ਬੇਭੂਖਣ ਅਜਬ ਮਹਾਨੇ। ਕਈ ਫਿਰ ਸਤਿਗੁਰਾਂ ਵਾਸਤੇ ਬੜੇ ਬੜੇ ਵਧੀਆ ਕੱਪੜੇ ਲੈ ਕੇ ਆਏ ਜੀ। ਉਹਨਾਂ ਜ਼ਮਾਨਿਆਂ ਵਿੱਚ ਕਿਹੜੀਆਂ ਕੱਪੜੇ ਦੀਆਂ ਮਿੱਲਾਂ ਹੁੰਦੀਆਂ ਸੀਗੀਆਂ ਜੀ। ਹਾਂਜੀ। ਕਿਤੇ ਕਿਤੇ ਕੱਪੜਾ ਬੜਾ ਦੁਰਲੱਭ ਹੁੰਦਾ ਸੀਗਾ, ਵਧੀਆ ਕੱਪੜਾ ਜੀ। ਬੜੇ ਬੜੇ ਵਧੀਆ ਬਸਤਰ ਬਣਵਾ ਕੇ ਸਿੱਖ ਲੈ ਕੇ ਆਏ ਜੀ। ਹਾਂਜੀ। ਬੀਨ ਜਗ ਗੁਰ ਹਿਤ ਆਨੇ। ਗੱਜ ਕੇ ਆਖੋ
ਸਿੱਖਾਂ ਨੇ ਨਾ ਬੜੇ ਪਿਆਰ ਨਾਲ ਲੱਭ ਕੇ ਲੈ ਕੇ ਆਂਦੇ ਜੀ, ਲੱਭ ਕੇ। ਤੇ ਹੁਣ ਆਪਾਂ ਕੀ ਕਰਦੇ ਹਾਂ ਭਲਾ? ਜਦੋਂ ਕਿਤੇ ਰੁਮਾਲਾ ਸਾਹਿਬ ਬਣਾਉਣਾ ਹੋਵੇ ਤੇ ਕੋਈ ਲੱਭਦੇ ਥੋੜੀ ਵੀ ਵਧੀਆ ਰੰਗ ਹੋਵੇ, ਵਧੀਆ ਬਸਤਰ ਹੋਵੇ, ਸੁਖਦਾਈ ਹੋਵੇ। ਨਾ, ਬੇਬੇ ਦਾ ਆਪਣਾ ਸੂਟ 36,000 ਰੁਪਏ ਦਾ ਜੀ, ਤੇ ਰੁਮਾਲਾ ਸਾਹਿਬ ਮਸਾਂ ਹੀ ਕੋਈ ਮਾਂ ਦਾ ਪੁੱਤ 1100 ਦਾ ਲੈ ਕੇ ਆਂਦਾ ਹੋਏਗਾ ਜੀ। ਹਾਂਜੀ, ਸਸਤੇ ਤੋਂ ਸਸਤਾ ਲੱਭਦੇ ਜੀ। ਗੁਰਸਿੱਖ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਬਸਤਰ ਲੈ ਕੇ ਆਏ ਨੇ, ਬੀਨ ਦਾ ਅਰਥ ਹੁੰਦਾ ਚੁਣ ਕੇ ਵਧੀਆ ਬਸਤਰ ਸਤਿਗੁਰਾਂ ਵਾਸਤੇ ਲੈ ਕੇ ਆਏ। ਹਾਂਜੀ, ਬਹੁਰ ਸ਼ਸਤਰ ਜਿਨ ਕੀ ਖਰ ਧਾਰਾ। ਫਿਰ ਕਿੱਥੇ ਪਾਠ ਕਹਿੰਦੇ ਆ, ਬਹੁਰ ਸ਼ਸਤਰ ਜਿਨ ਕੀ ਖਰ ਧਾਰਾ। ਬਾਅਦ ਵਿੱਚ ਉਹ ਸ਼ਸਤਰ ਲੈ ਕੇ ਆਏ ਜਿਨ੍ਹਾਂ ਦੀਆਂ ਬੜੀਆਂ ਤਿੱਖੀਆਂ ਧਾਰਾਵਾਂ ਹਨ। ਹਾਂਜੀ, ਖਰਚਿਓ ਜਿਨ ਪਰ ਦਰਬ ਉਦਾਰਾ। ਜਿਨ੍ਹਾਂ ਤੇ ਮਾਇਆ ਵੀ ਲੱਗੀ ਹੈ ਜੀ, ਖੁੱਲੀ ਗੱਜ ਕੇ ਆਖੋ। ਇੱਕ ਸਿੱਖ ਬੜੀ ਦੂਰੋਂ ਆਇਆ ਮਹਾਰਾਜ ਵਾਸਤੇ ਦੀ, ਇਹ ਬਾਅਦ ਦੀ ਗੱਲ ਹੈ। ਉਹਨੇ ਪਹਿਲੀ ਵਾਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨੇ ਹੈਗੇ। ਸਿੱਖਾਂ ਨੂੰ ਪੁੱਛਦਾ, ਭਾਈ ਗੁਰੂ ਹਰਗੋਬਿੰਦ ਸਾਹਿਬ ਕਿਹੜੀ ਚੀਜ਼ ਤੇ ਖੁਸ਼ ਹੁੰਦੇ ਆ? ਕਹਿੰਦੇ ਜੀ ਮਹਾਰਾਜ ਸ੍ਰੀ ਸਾਹਿਬ ਤਲਵਾਰ ਤੇ ਬੜਾ ਖੁਸ਼ ਹੁੰਦੇ ਆ। ਉਹਨੇ ਬੜੀ ਵਧੀਆ ਤਲਵਾਰ ਬਣਵਾਈ ਜੀ ਮਹਾਰਾਜ ਵਾਸਤੇ, ਤੇ ਪਿਆਰ ਸੀਗਾ ਜੀ, ਸੋਨੇ ਦਾ ਮੁੱਠਾ ਤੇ ਵਿੱਚ ਹੀਰੇ ਜੜਵਾਏ ਜੀ। ਹੋਰ ਸਿੱਖ ਨੂੰ ਪੁੱਛਿਆ, ਕਿ ਦੂਜੇ ਨੂੰ ਪੁੱਛ ਲਿਆ ਵੀ ਮੈਂ ਮਹਾਰਾਜ ਦੇ ਦਰਸ਼ਨ ਕਰਨ ਜਾਣਾ, ਮਹਾਰਾਜ ਵਾਸਤੇ ਕੀ ਲੈ ਕੇ ਜਾਵਾਂ? ਉਹ ਕਹਿਣ ਲੱਗਾ, ਜੇ ਤੂੰ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਤੇ ਮਹਾਰਾਜ ਵਾਸਤੇ ਘੋੜਾ ਲੈ ਜਾ। ਬੜਾ ਮਹਿੰਗਾ ਤੇ ਵਧੀਆ ਘੋੜਾ ਲਿਆ ਜੀ ਉਹਨੇ। ਹੋਰ ਇੱਕ ਸਿੱਖ ਨੂੰ ਪੁੱਛਿਆ, ਕਹਿੰਦਾ ਮੈਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਨ ਜਾਣਾ ਤੇ ਮਹਾਰਾਜ ਵਾਸਤੇ ਕੀ ਲੈ ਕੇ ਜਾਵਾਂ? ਉਹ ਕਹਿੰਦਾ ਸਤਿਗੁਰਾਂ ਵਾਸਤੇ ਢਾਲ ਲੈ ਜਾ ਬੜੀ ਵਧੀਆ। ਉਹ ਢਾਲ ਬਣਵਾ ਕੇ ਲੈ ਕੇ ਆਇਆ, ਗੈਂਡੇ ਦੀ ਖੱਲ ਦੀ ਜੀ। ਹੁਣ ਪ੍ਰੇਮੀ ਬੰਦਾ ਨਾ ਜੀ, ਪ੍ਰੇਮੀ ਬੰਦਾ ਸੋਚਦਾ ਵੀ ਕੋਈ ਚੀਜ਼ ਰਹਿ ਨਾ ਜਾਵੇ। ਆਖੋ। ਉਹਨੇ ਇੱਕ ਹੋਰ ਕੋ ਪੁੱਛ ਲਿਆ ਵੀ ਮੈਂ ਮਹਾਰਾਜ ਕੋਲ ਜਾਣਾ, ਕੀ ਲੈ ਕੇ ਜਾਵਾਂ? ਉਹ ਕਹਿਣ ਲੱਗਾ ਵੀ ਤੂੰ ਮਹਾਰਾਜ ਵਾਸਤੇ ਬਾਜ ਲੈ ਜਾ। ਸਤਿਗੁਰੂ ਬਾਜ ਤੇ ਬੜੇ ਖੁਸ਼ ਹੁੰਦੇ, ਉਹਨੇ ਬਾਜ ਵੀ ਲਿਆ ਜੀ। ਤੇ ਇੱਕ ਪ੍ਰੇਮੀ ਕੋਲੋਂ ਹੋਰ ਪੁੱਛ ਲਿਆ ਵੀ ਮੈਂ ਮਹਾਰਾਜ ਵਾਸਤੇ ਕੀ ਲੈ ਕੇ ਜਾਵਾਂ? ਕਹਿੰਦਾ ਤੂੰ ਮਹਾਰਾਜ ਵਾਸਤੇ ਸੋਹਣੀ ਦਸਤਾਰ ਤੇ ਚੋਲਾ ਲੈ ਜਾ। ਉਹਨੇ ਫਿਰ ਦਸਤਾਰ ਤਿਆਰ ਕਰਵਾਈ ਤੇ ਉਹਦੇ ਉੱਤੇ ਸੋਨੇ ਦੀ ਕਢਾਈ ਤਿਆਰ ਕਰਾਈ ਜੀ। ਜਿਹੜੇ ਉੱਪਰ ਪੱਲੇ ਆਉਣੇ ਸੀ ਨਾ ਲਾਸਟ 2-3, ਉਹਨਾਂ ਉੱਤੇ ਸੋਨੇ ਦੀ ਕਢਾਈ ਕਰਾ ਕੇ ਫਿਰ ਸਤਿਗੁਰਾਂ ਕੋਲ ਲੈ ਕੇ ਆਇਆ। ਤੇ ਸੁਣਿਓ ਮਹਾਰਾਜ ਦਿੰਦੇ ਕੀ ਗੁਰੂ ਹਰਗੋਬਿੰਦ ਸਾਹਿਬ? ਆਖੋ। ਸੱਚੇ ਪਾਤਸ਼ਾਹ ਦੇ ਕੋਲ ਉਹਨੇ ਵਸਤੂਆਂ ਰੱਖੀਆਂ। ਮਹਾਰਾਜ ਕਹਿੰਦੇ ਸਿਖਾਏ ਇੰਨਾ ਕੁਝ। ਕਹਿੰਦਾ ਮਹਾਰਾਜ ਮੈਂ ਤੁਹਾਡੀ ਖੁਸ਼ੀ ਲੈਣੀ ਚਾਹੁੰਦਾ। ਮੈਨੂੰ ਪਤਾ ਲੱਗਾ ਤੁਸੀਂ ਤਲਵਾਰ ਤੇ ਵੀ ਰੀਝਦੇ, ਬਾਜ ਤੇ ਵੀ ਰੀਝਦੇ, ਘੋੜੇ ਤੇ ਵੀ ਰੀਝਦੇ, ਮੈਂ ਸਾਰਾ ਕੁਝ ਹੀ ਲੈ ਆਂਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਪਤਾ ਕੀ ਕਹਿਣ ਲੱਗੇ? ਮਹਾਰਾਜ ਕਹਿੰਦੇ ਸਿੱਖਾ ਸਭ ਪ੍ਰਵਾਨ ਹੈ, ਹੁਣ ਦੱਸ ਲੈਣਾ ਕੀ ਸਾਡੇ ਕੋਲੋਂ, ਮੰਗਦਾ ਕੀ ਹੈ? ਉਹ ਸਿੱਖ ਕਹਿੰਦਾ ਸੱਚੇ ਪਾਤਸ਼ਾਹ ਅਮੀਰੀ ਤੁਸੀਂ ਪਹਿਲਾਂ ਹੀ ਦਿੱਤੀ ਹੈ, ਆਮ ਬੰਦਾ ਕੀ ਮੰਗ ਸਕਦਾ? ਮਾਇਆ ਹੀ ਮੰਗੇਗਾ। ਮਾਇਆ ਤੁਹਾਡੀ ਕਿਰਪਾ ਨਾਲ ਅੱਗੇ ਹੀ ਬੜੀ ਹੈ, ਬਸ ਮਿਹਰ ਕਰ ਦਿਓ। ਮਹਾਰਾਜ ਕਹਿੰਦੇ ਨਹੀਂ ਕੁਝ ਮੰਗ ਲਾ। ਕਹਿੰਦਾ ਫਿਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੇ ਮੇਰੇ ਤੇ ਖੁਸ਼ ਹੋਏ ਹੋ ਨਾ ਤੇ ਤੁਹਾਡਾ ਇਹ ਸੋਹਣਾ ਰੂਪ ਮੇਰੇ ਦਿਲ ਵਿੱਚ ਵਸ ਜਾਵੇ। ਕਹਿਣ ਲੱਗਾ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਤਥਾਸਤੂ, ਹੋ ਜਾਸੀ। ਇਸ ਤਰ੍ਹਾਂ ਹੀ ਹੋਏਗਾ। ਲਓ ਜੀ ਉਹਨੇ ਵਸਤੂਆਂ ਤਾਂ ਲਿਆਂਦੀਆਂ, ਪਰ ਵਸਤੂਆਂ ਦੇ ਬਦਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੱਕਾ ਹੀ ਆਪਣੇ ਦਿਲ ਵਿੱਚ ਵਸਾ ਕੇ ਲੈ ਕੇ ਗਿਆ ਜੀ। ਉਹ ਜੀ ਨਿਹਾਲ ਹੋ ਗਿਆ ਜੀ। ਹੁਣ ਮਾੜੇ ਮਨ ਵਿੱਚ ਤੇ ਗੁਰੂ ਨੇ ਵਸਣਾ ਨਹੀਂ ਜੀ। ਪਹਿਲਾਂ ਮਹਾਰਾਜ ਨੇ ਉਹਦਾ ਮਨ ਸਾਫ਼ ਕੀਤਾ ਹੋਣਾ, ਫੇਰ ਹੀ ਮਹਾਰਾਜ ਉਹਦੇ ਮਨ 'ਚ ਵਸੇ ਜੀ। ਆਖੋ ਵਾਹਿਗੁਰੂ ਗੱਜ ਕੇ ਵਾਹਿਗੁਰੂ। ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਮਿਹਰ ਕੀਤੀ, ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਸਿੱਖ ਬੜੀਆਂ ਮਹਿੰਗੀਆਂ ਸ੍ਰੀ ਸਾਹਿਬਾਂ ਸਤਿਗੁਰਾਂ ਦੇ ਅੱਗੇ ਰੱਖ ਰਹੇ ਨੇ। ਹਾਂਜੀ।
ਖੜਗ ਸਿਪਰ ਵਿਦ ਵਿਵਿਧ ਤੁਫੰਗ। ਹੁਣ ਸ਼ਸਤਰ ਕਿਹੜਾ ਇੱਕੋ ਤਰ੍ਹਾਂ ਦਾ, ਕੱਲੀ ਤਲਵਾਰ ਹੀ ਸ਼ਸਤਰ ਤਾਂ ਨਹੀਂ ਹੈ। ਖੜਗ ਲਿਆਂਦੀਆਂ, ਤਲਵਾਰਾਂ ਲਿਆਂਦੀਆਂ, ਫਿਰ ਢਾਲਾਂ ਵੀ ਲਿਆਂਦੀਆਂ ਜੀ। ਹਾਂਜੀ, ਢਾਲ, ਵਿਦ ਵਿਵਿਧ ਤੁਫੰਗ, ਕਈ ਤਰ੍ਹਾਂ ਦੀਆਂ ਬੰਦੂਕਾਂ ਲੈ ਕੇ ਆਉਂਦੀਆਂ ਜੀ। ਅਸੀਂ ਹਜ਼ੂਰ ਸਾਹਿਬ ਗਏ ਸਾਧ ਸੰਗਤ ਜੀ, ਮਾਤਾ ਭਾਗੋ ਜੀ ਦੇ, ਮਾਈ ਭਾਗੋ ਜੀ ਦੀ ਬੰਦੂਕ ਦੇ ਦਰਸ਼ਨ ਕੀਤੇ। 12 ਫੁੱਟ ਲੰਬੀ ਬੰਦੂਕ ਹੈ ਜੀ, ਤੇ ਮਾਈ ਜੀ ਚਲਾਉਂਦੇ ਸਨ ਜੀ। ਤੁਸੀਂ ਅੰਦਾਜ਼ਾ ਲਾਓ ਵੀ ਇੱਕ ਇਸਤਰੀ ਜਾਮਾ, ਇਸਤਰੀ ਦਾ ਸਰੀਰ, 12 ਫੁੱਟ ਲੰਬੀ ਬੰਦੂਕ ਉਹ ਚਲਾਉਂਦੇ ਜੀ। ਤੇ ਉਹ ਹੌਲੀ ਨਹੀਂ ਹੈਗੀ ਜੀ, ਉਹਨੂੰ ਲੱਕੜ ਵੀ ਬੜੀ ਲੱਗੀ ਤੇ ਲੋਹਾ ਵੀ ਬੜਾ ਲੱਗਾ ਜੀ। ਕਿੱਡੇ ਬਲੀ ਸਰੀਰ ਹੋਣਗੇ ਜੀ। ਹਾਂਜੀ, ਤੇ ਹੁਣ ਵਾਲੀਆਂ ਦਾ ਵੇਲਣਾ ਹੀ ਕਿਤੇ ਭਾਰ ਆ ਜਾਏ ਤੇ ਹੌਲਾ ਮੰਗਦੀਆਂ, ਗੱਜ ਕੇ ਆਖੋ, ਕਹਿੰਦੀਆਂ ਹੌਲਾ ਲਿਆ ਕੇ ਦੋ, ਹੌਲਾ। ਤੇ 12 ਫੁੱਟ ਲੰਬੀ ਬੰਦੂਕ ਮਾਤਾ ਜੀ ਦੀ। ਕਈ ਤਰ੍ਹਾਂ ਦੀਆਂ ਬੰਦੂਕਾਂ ਸਿੱਖਾਂ ਨੇ ਮਹਾਰਾਜ ਜੀ ਦੇ ਅੱਗੇ ਲਿਆ ਕੇ ਰੱਖੀਆਂ ਜੀ। ਹਾਂਜੀ, ਚਪਲ ਬਲੀ ਤਨ ਰੁਜਰ ਤੁਰੰਗ। ਫਿਰ ਚੰਚਲ ਤੇ ਬਲੀ ਘੋੜੇ ਮਹਾਰਾਜ ਨੂੰ ਲਿਆ ਕੇ ਦਿੱਤੇ। ਉਹ ਘੋੜੇ ਲਿਆ ਕੇ ਦਿੱਤੇ ਜਿਹੜੇ ਜਿਨ੍ਹਾਂ ਦੀ ਤੋਰ ਬੜੀ ਵਧੀਆ ਜੀ, ਬੜੇ ਬਲੀ ਘੋੜੇ ਜੀ, ਸਰੀਰ 'ਚ ਵੀ ਜਾਨ ਤੇ ਜਿਹੜੇ ਤੁਰਦੇ ਬੜੇ ਸੋਹਣੇ ਆ ਜੀ। ਉਹ ਘੋੜੇ ਸਿੱਖਾਂ ਨੇ ਲਿਆ ਕੇ ਦਿੱਤੇ। ਜੇ ਕਾਲੇ ਰੰਗ ਦਾ ਘੋੜਾ ਤੇ ਸਾਰਾ ਹੀ ਕਾਲਾ ਜੀ। ਹਾਂਜੀ, ਤੇ ਜੇ ਕਿਤੇ ਭੂਰੇ ਰੰਗ ਦਾ ਘੋੜਾ ਤੇ ਸਾਰਾ ਹੀ ਭੂਰਾ, ਤੇ ਜੇ ਚਿੱਟੇ ਰੰਗ ਦਾ ਘੋੜਾ, ਨੁਕਰਾ ਘੋੜਾ, ਤੇ ਸਾਰਾ ਹੀ ਚਿੱਟੇ ਰੰਗ ਦਾ। ਘੋੜੇ ਏਡੇ ਏਡੇ ਸੋਹਣੇ ਲਿਆ ਕੇ ਸਿੱਖਾਂ ਨੇ ਮਹਾਰਾਜ ਜੀ ਨੂੰ ਹਾਜ਼ਰ ਕੀਤੇ। ਘੋੜਿਆਂ ਨੂੰ ਵੇਖ ਵੇਖ ਹੀ ਭੁੱਖਾਂ ਉਤਰਦੀਆਂ ਸਨ ਜੀ। ਕਿਤੇ ਸੋਹਣੇ ਘੋੜਿਆਂ ਨੂੰ ਵੇਖੋ, ਆਨੰਦ ਆ ਜਾਂਦਾ ਜੀ। ਹਾਂਜੀ, ਜਮ ਧਰ ਤਰਕਸ਼ ਧਨੁਸ਼ ਕਰਾਲੇ। ਫਿਰ ਕਟਾਰਾਂ, ਤੀਰ, ਧਨੁਸ਼, ਇਹ ਵੀ ਚੀਜ਼ਾਂ ਲਿਆ ਕੇ ਦਿੱਤੀਆਂ ਜੀ। ਕਮਾਨ, ਬੜੇ ਬੜੇ ਕੀਮਤੀ ਤੀਰ ਸਤਿਗੁਰਾਂ ਦੇ ਅੱਗੇ ਭੇਟਾ ਕੀਤੇ ਸਿੱਖਾਂ ਨੇ ਜੀ। ਸੋਹਣੀਆਂ ਕਟਾਰਾਂ, ਕਮਰ ਕੱਸੇ ਲਾਉਣ ਵਾਲੀਆਂ ਸਤਿਗੁਰਾਂ ਨੂੰ ਭੇਟ ਕੀਤੀਆਂ। ਖੰਜਰ ਖੰਡੇ ਖਾਰ ਕਰ ਭਾਲੇ। ਗੱਜ ਕੇ ਆਖੋ, ਖੰਜਰ, ਖੰਜਰ ਸ਼ਸਤਰ ਵੇਖਿਆ ਜੀ। ਗੱਜ ਕੇ ਆਖੋ, ਇਹ ਵੀ ਸ਼ਸਤਰ ਹੁੰਦਾ ਜੀ, ਖੰਜਰ। ਇੱਕ ਖੰਜਰ, ਖੰਡੇ, ਖਾਰ ਕਰ ਭਾਲੇ, ਬਰਸ਼ੇ, ਕਹਿੰਦੇ ਇਹ ਮਹਾਰਾਜ ਨੂੰ ਭੇਟਾ ਕੀਤੇ ਜੀ। ਅੱਜ ਜਿਹੜਾ ਆਪਾਂ ਰੱਖਿਆ ਨਾ ਅੱਗੇ ਸਤਿਗੁਰਾਂ ਦੇ ਸਜਾਇਆ, ਇਹਦਾ ਨਾਂ ਖੰਡਾ ਨਹੀਂ ਹੈਗਾ ਜੀ। ਆਪਾਂ ਇਹੋ ਕਹਿੰਦੇ ਖੰਡਾ ਰੱਖਿਆ ਜੀ ਅੱਗੇ, ਇਹਨੂੰ ਖੰਡਾ ਥੋੜ੍ਹੀ ਕਹਿੰਦੇ ਆ। 2 ਤਲਵਾਰਾਂ ਨੇ, ਇੱਕ ਚੱਕਰ ਹੈ, ਵਿਚਕਾਰ ਖੰਡਾ ਜੀ ਇਹਦੇ ਜੀ। ਹਾਂਜੀ, ਜਿਹੜਾ ਵਿਚਕਾਰ ਵਾਲਾ ਨਾ ਜੀ, ਉਹਨੂੰ ਖੰਡਾ ਕਹਿੰਦੇ ਆ। ਇਹ ਤੇ ਸ਼ਸਤਰਾਂ ਦਾ ਸਮੂਹ ਹੈ ਜੀ। ਪਹਿਲਾਂ ਇਹ ਜਿਹੜਾ ਖੰਡਾ ਜਿਹਨੂੰ ਅਸੀਂ ਕਹਿੰਦੇ ਨਾ ਖੰਡਾ, ਇਹ ਖੰਡਾ ਬਾਅਦ 'ਚ ਰੂਪ ਮਿਲਿਆ ਜੀ ਇਹਦਾ। ਵੀ ਤਾਂ 2 ਤਲਵਾਰਾਂ ਜੋੜਤੀਆਂ, ਨਾਲ ਚੱਕਰ ਵਿੱਚ ਲਾਤਾ ਤੇ ਵਿਚਕਾਰ ਖੰਡਾ ਜੀ। ਖੰਡਾ ਵਿਚਲਾ ਹਿੱਸਾ ਹੈ ਜੀ। ਖੰਡਾ ਉਹ ਹੈ ਜਿਹਦੀ ਧਾਰ ਨਾਲ ਅੰਮ੍ਰਿਤ ਬਣਦਾ ਹੈ ਜੀ, ਜਿਹੜਾ ਲਗਾਤਾਰ ਚੱਲਦਾ ਬਾਣੀ ਪੜ੍ਹਦੇ ਆ ਜੀ। ਕਿਤੇ ਉਹਦੇ ਦਰਸ਼ਨ ਕਰੋ, 2 ਧਾਰਾਂ ਹੁੰਦੀਆਂ ਖੰਡੇ ਦੀਆਂ ਜੀ। ਸੋ ਖੰਡੇ ਲਿਆ ਕੇ ਦਿੱਤੇ ਮਹਾਰਾਜ ਨੂੰ, ਖੰਜਰ ਲਿਆ ਕੇ ਦਿੱਤੇ, ਬੜੇ ਤਿੱਖੇ ਤਿੱਖੇ ਬਰਸ਼ੇ ਲਿਆ ਕੇ ਦਿੱਤੇ। ਉਹ ਕਿਹੜਾ ਇੱਕੋ ਹੀ ਸੀਗਾ, ਤਲਵਾਰਾਂ, ਖੰਜਰ, ਖੜਗਾਂ, ਕਟਾਰਾਂ, ਢਾਲਾਂ, ਪਤਾ ਹੀ ਨਹੀਂ ਕਿੰਨੇ ਕੁ ਇਕੱਠੇ ਹੋ ਗਏ ਜੀ। ਇਹ ਸਾਰਾ ਕੁਝ ਕਿਉਂ? ਕਿਉਂਕਿ ਮਹਾਰਾਜ ਨੇ ਫੌਜ ਸਾਜਣੀ ਹੈ। ਹਾਂਜੀ, ਤੋਮਰ ਸਾਂਗਣ ਖਪਰੇ ਤੀਰਨ। ਫਿਰ ਤੋਮਰ, ਨੇਜੇ, ਬਰਸ਼ੇ, ਖਪਰੇ, ਤੀਰ, ਪੱਥੇ ਭਰੇ ਹੋਏ ਉਹ ਸਾਧ ਸੰਗਤ ਜੀ ਮਹਾਰਾਜ ਨੂੰ ਲਿਆ ਕੇ ਦਿੱਤੇ ਆ। ਸਿੱਖਾਂ ਨੇ ਭੇਟਾ ਕੀਤੇ। ਖਪਰਾ ਤੀਰ ਪਤਾ ਕਿਹੜਾ ਹੁੰਦਾ? ਗੱਜ ਕੇ ਆਖੋ, ਵਾਹਿਗੁਰੂ। ਹਜ਼ੂਰ ਸਾਹਿਬ ਤੁਸੀਂ ਕਿਤੇ ਟੀਵੀ 'ਚ ਵੇਖੋ, ਇੱਕ ਤੀਰ ਦੇ ਦਰਸ਼ਨ ਕਰਾਉਂਦੇ ਮਹਾਰਾਜ ਦੇ, ਬੜਾ ਵੱਡਾ ਤੀਰ ਹੈ, ਉਹਨੂੰ ਖਪਰਾ ਤੀਰ ਕਹਿੰਦੇ ਆ। ਹਾਂਜੀ, ਬੜਾ ਅਗਲਾ ਫਲ ਜਿਹੜਾ ਚੌੜਾ ਹੁੰਦਾ ਉਹਨੂੰ ਖਪਰਾ ਤੀਰ ਕਹਿੰਦੇ ਆ। ਖਪਰੇ ਤੀਰਾਂ ਦੇ ਭਰੇ ਹੋਏ ਪੱਥੇ ਹੀ ਮਹਾਰਾਜ ਦੇ ਅੱਗੇ ਲਿਆ ਕੇ ਰੱਖੇ ਸਿੱਖਾਂ ਨੇ ਜੀ। ਹਾਂਜੀ, ਜਿਨ ਕੇ ਬਿਖਤ ਆਨੰਦ ਹੋਏ ਵੀਰਨ। ਵਾਹ ਵਾਹ ਵਾਹ। ਕਹਿੰਦੇ ਹੁਣ ਵੇਖੋ ਨਾ, ਸਾਨੂੰ ਸ਼ਸਤਰਾਂ ਦਾ ਕੀ ਪਤਾ ਜੀ,
ਸਾਨੂੰ ਸ਼ਸਤਰਾਂ ਦਾ ਕੀ ਪਤਾ? ਸ਼ਸਤਰਾਂ ਦਾ ਤੇ ਸੂਰਮਿਆਂ ਨੂੰ ਹੀ ਪਤਾ ਹੈ ਨਾ ਵੀ ਸ਼ਸਤਰ ਕਿਵੇਂ ਦੇ ਹੁੰਦੇ ਆ। ਕਹਿੰਦੇ ਐਡੇ ਸੋਹਣੇ ਸੋਹਣੇ ਸ਼ਸਤਰ ਸਿੱਖਾਂ ਨੇ ਸਤਿਗੁਰਾਂ ਨੂੰ ਲਿਆ ਕੇ ਦਿੱਤੇ ਐ, ਜਿਹੜੇ ਸੂਰਬੀਰ ਨੇ ਉਹਨਾਂ ਸ਼ਸਤਰਾਂ ਨੂੰ ਵੇਖ ਕੇ ਹੀ ਖੁਸ਼ ਹੋ ਗਏ ਜੀ ਸਾਰੇ। ਗੱਜ ਕੇ ਆਖੋ। ਜਿਵੇਂ ਆਪਾਂ ਕੋਈ ਵਧੀਆ ਵਸਤੂ ਵੇਖੀਏ ਸਾਡੇ ਮਤਲਬ ਦੀ, ਆਪਾਂ ਖੁਸ਼ ਹੁੰਦੇ ਵੇਖ ਕੇ, ਇਸੇ ਤਰ੍ਹਾਂ ਹੀ ਸਤਿਗੁਰਾਂ ਦੇ ਸਿੱਖ ਜਿਹੜੇ ਸੂਰਬੀਰ ਨੇ ਨਾ, ਉਹਨਾਂ ਨੇ ਸੋਹਣੇ ਸ਼ਸਤਰ ਵੇਖੇ, ਉਹਨਾਂ ਨੂੰ ਚਾਅ ਚੜ ਗਏ ਜੀ। ਹਾਂਜੀ। ਸ਼ਸਤਰਨ ਕੋ ਸਮੂਹ ਹੋਏ ਗਇਓ। ਕਹਿੰਦੇ ਸ਼ਸਤਰਾਂ ਦਾ ਤੇ ਬੜਾ ਵੱਡਾ ਢੇਰ ਹੀ ਲੱਗ ਗਿਆ ਮਹਾਰਾਜ ਦੇ ਹਜ਼ੂਰ ਜੀ। ਹਾਂਜੀ। ਬਾਜੀ ਚਪਲ ਤਵੇਲਾ ਭਇਓ। ਤੇ ਘੋੜੇ ਇੰਨੇ ਕੁ ਜ਼ਿਆਦਾ ਆ ਗਏ, ਇੰਨੇ ਕੁ ਜ਼ਿਆਦਾ ਆ ਗਏ ਵੀ ਤਬੇਲੇ ਭਰ ਗਏ ਜੀ। ਤੇ ਘੋੜੇ ਵੀ ਟੋਪੋ ਟੋਪ ਜੀ, ਬੜੇ ਵਧੀਆ ਘੋੜੇ। ਗੁਰਸਿੱਖਾਂ ਨੇ ਬੜੀ ਮਿਹਨਤ ਨਾਲ ਨੁਕਰੇ ਘੋੜੇ ਲੱਭ ਕੇ ਮਹਾਰਾਜ ਜੀ ਦੇ ਅੱਗੇ ਭੇਟ ਕੀਤੇ ਜੀ। ਹਾਂਜੀ। ਦੋਨੋਂ ਦੇਸ਼ ਸਤਿਗੁਰ ਰੁਖ ਕਰੇ। ਗਰੀਬ ਨਵਾਜ ਮਹਾਰਾਜ ਅੱਗੇ ਪੜੋ। ਪਰਖ ਯੁੱਧ ਗਹਿ ਕਰ ਖਰੇ। ਮਹਾਰਾਜ ਗਰੀਬ ਨਵਾਜ ਫਿਰ ਪਤਾ ਕੀ ਕਰਦੇ ਜੀ? ਸ਼ਸਤਰ ਫੜਦੇ, ਖਪਰੇ ਤੀਰ ਫੜਦੇ, ਵੇਖਦੇ ਆ, ਖੁਸ਼ ਹੁੰਦੇ ਆ ਜੀ। ਮਹਾਰਾਜ ਨੂੰ ਸ਼ਸਤਰਾਂ ਦੀ ਪਛਾਣ ਹੈ ਨਾ। ਆ ਸਾਡੇ ਨਿਆਣਿਆਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ, ਸ਼ਸਤਰ ਲੈਣ ਚੱਲ ਜਾਣ ਤੇ ਤਲਵਾਰ ਦਾ ਪਤਾ ਹੀ ਨਹੀਂ ਲੱਗਣਾ ਕਿਹੋ ਜਿਹੀ ਲਿਆਉਣੀ। ਪਤਾ ਲੱਗਣਾ ਤੇ ਛੱਡੋ, ਮਿਆਨ ਵਿੱਚੋਂ ਤਲਵਾਰ ਨੂੰ ਬਾਹਰ ਕਿਵੇਂ ਕੱਢਣਾ ਇਹੋ ਹੀ ਨਹੀਂ ਆਉਂਦਾ ਜੀ। ਮਿਆਨ ਵਿੱਚੋਂ ਬਾਹਰ ਕਿਵੇਂ ਕੱਢਣਾ? ਮੈਂ ਕਈਆਂ ਨੂੰ ਕਿਹਾ ਵੀ ਕੱਢ ਕੇ ਵਿਖਾਓ, ਇੰਜ ਫੜ ਕੇ ਕੱਢ ਦਿੰਦੇ। ਇਹ ਕੋਈ ਤਰੀਕਾ ਥੋੜ੍ਹੀ ਹੈਗਾ ਜੀ। ਮਿਆਨ ਚੋਂ ਤਲਵਾਰ ਬਾਹਰ ਕਿਵੇਂ ਕੱਢਣੀ ਹੈ, ਇਹਦਾ ਵੀ ਇੱਕ ਤਰੀਕਾ ਹੈ। ਮੰਨ ਲਓ ਮਿਆਨ ਢਿੱਲਾ ਹੋਵੇ, ਮਿਆਨ ਕੱਚਾ ਹੋਵੇ, ਵਿਚਲੀ ਤਲਵਾਰ ਤਿੱਖੀ ਹੋਵੇ, ਤੁਹਾਨੂੰ ਮਿਆਨ ਚੋਂ ਤਲਵਾਰ ਨਾ ਕੱਢਣੀ ਆਉਂਦੀ ਹੋਵੇ, ਤਲਵਾਰ ਕੱਢਦਿਆਂ ਕੱਢਦਿਆਂ ਤੁਹਾਡਾ ਹੱਥ ਵੱਢਿਆ ਜਾ ਸਕਦਾ ਹੈ ਜੀ। ਤਲਵਾਰ ਦਾ ਕੀ ਭਰੋਸਾ ਹੈ ਵਿਚਲੀ ਕਿੰਨੀ ਤਿੱਖੀ ਹੈ। ਸੋ ਮਹਾਰਾਜ ਗਰੀਬ ਨਾ ਪਰਖ ਹੈ, ਆਯੁਧ ਗਹਿ ਕਰ ਖਰੇ। ਮਹਾਰਾਜ ਗਰੀਬ ਨਵਾਜ ਖੜੇ ਹੋ ਕੇ ਸ਼ਸਤਰਾਂ ਨੂੰ ਫੜ ਕੇ ਪਰਖਦੇ ਸਨ ਜੀ। ਹਾਂਜੀ। ਘੋਰਨ ਮੋਰ ਮਨਿੰਦਨ ਹੀਰਾ। ਹਾਂਜੀ। ਜਿਨ ਆਨੇ ਲੈ ਖੁਸ਼ੀ ਕਨੇਰਾ। ਲਓ ਜੀ, ਮਹਾਰਾਜ ਨੇ ਜਦੋਂ ਖੂਬ ਸ਼ਸਤਰ ਚੈੱਕ ਕਰ ਲਏ ਨਾ, ਪਰਖ ਲਏ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਚਲੋ ਭਾਈ ਹੁਣ ਤਬੇਲੇ ਵਾਲੇ। ਸਾਰੇ ਸਿੱਖ ਉੱਧਰ ਚਲੇ ਗਏ। ਖੁੱਲੀ ਥਾਂ ਤੇ ਮਹਾਰਾਜ ਲੈ ਗਏ ਸਾਰਿਆਂ ਨੂੰ, ਘੋੜਿਆਂ ਨੂੰ। ਇੱਕ ਇੱਕ ਘੋੜੇ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਸਵਾਰੀ ਕਰਕੇ ਉਹਨੂੰ ਪਰਖਦੇ ਐ। ਗੱਜ ਕੇ ਆਖੋ। ਉਹਨੂੰ ਮੋੜ ਕੇ ਵੇਖਦੇ। ਹੁਣ ਵੇਖੋ ਨਾ ਜੀ, ਆਪਾਂ ਘੋੜਾ ਚੜਾਇਆ ਹੋਵੇ ਮਹਾਰਾਜ ਨੂੰ ਤੇ ਗੁਰੂ ਸਾਹਿਬ ਉੱਤੇ ਬਹਿਣ ਹੀ ਨਾ, ਮਨ ਚ ਆਉਂਦਾ ਲੈ ਮਹਾਰਾਜ ਇੰਨਾ ਮਹਿੰਗਾ ਘੋੜਾ ਸਤਿਗੁਰਾਂ ਨੂੰ ਭੇਟਾ ਕੀਤਾ, ਮਹਾਰਾਜ ਨੇ ਤਾਂ ਬਹਿ ਕੇ ਵੀ ਨਹੀਂ ਵੇਖਿਆ ਉੱਤੇ। ਸਤਿਗੁਰਾਂ ਨੂੰ ਜਿੰਨੇ ਘੋੜੇ ਭੇਟਾ ਹੋਏ ਨਾ, ਕਈ 100 ਘੋੜਾ ਭੇਟਾ ਹੋਇਆ, ਸਤਿਗੁਰਾਂ ਨੇ ਸਾਰੇ ਘੋੜਿਆਂ ਉੱਤੇ ਆਪ ਬੈਠ ਕੇ ਉਹਨਾਂ ਘੋੜਿਆਂ ਨੂੰ ਘੁਮਾ ਕੇ ਵੇਖਿਆ ਜੀ। ਹਾਂਜੀ। ਧਨ ਦੇਸ਼ ਨਹੀਂ ਬਿਲੋਚਨ ਲਾਵੈ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜਿਨ ਆਨੇ ਲੈ ਖੁਸ਼ੀ ਕਨੇਰੇ। ਜਿਨ੍ਹਾਂ ਨੇ ਘੋੜੇ ਲਿਆਂਦੇ ਸੀ ਨਾ ਵਧੀਆ ਵਧੀਆ, ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਨੂੰ ਬੜੀਆਂ ਖੁਸ਼ੀਆਂ ਦਿੱਤੀਆਂ ਜੀ। ਉਹਨਾਂ ਤੇ ਬੜੀਆਂ ਮਿਹਰਾਂ ਕੀਤੀਆਂ। ਕਿਸੇ ਨੇ ਕਿਹਾ ਮਹਾਰਾਜ ਮੇਰਾ ਆਹ ਕੰਮ ਸੌਰ ਜਾਏ, ਮਹਾਰਾਜ ਕਹਿੰਦੇ ਹੋ ਜਾਸੀ। ਗੱਲ ਤੇ ਖੁਸ਼ੀ ਦੀ ਹੈਗੀ ਹੈ ਨਾ ਜੀ। ਖੁਸ਼ ਹੋ ਗਏ ਬੰਦਾ ਤੇ ਸੰਗਤ ਜੀ ਕਈ ਕੁਝ ਦੇ ਦਿੰਦਾ ਜੀ। ਤੇ ਸਤਿਗੁਰੂ ਸਦਾ ਦਇਆਲ ਹੈ ਭਾਈ। ਮਹਾਰਾਜ ਤਾਂ ਸਦਾ ਹੀ ਦਿਆਲੂ ਨੇ ਜੀ। ਹਾਂਜੀ। ਧਨ ਦੇਸ਼ ਨਹੀਂ ਬਿਲੋਚਨ ਲਾਵੈ। ਕਹਿੰਦੇ ਮਾਇਆ ਤੇ ਇੰਨੀ ਜ਼ਿਆਦਾ ਉਸ ਦਿਨ ਸਤਿਗੁਰਾਂ ਦੇ ਹਜ਼ੂਰ ਆਈ, ਇੰਨੀ ਜ਼ਿਆਦਾ ਚੜ੍ਹੀ, ਮਹਾਰਾਜ ਨੇ ਉਸ ਪਾਸੇ ਵੇਖਿਆ ਹੀ ਨਹੀਂ ਜੀ। ਹਾਂਜੀ। ਸ਼ਸਤਰ ਤੁਰੰਗ ਤੁਰੰਗ ਸੰਗ ਹਰ ਖਾਵੈ। ਸ਼ਸਤਰ ਤੁਰੰਗ ਸੰਗ ਹਰ ਖਾਵੈ। ਮੁੱਖ ਧਿਆਨ ਮਹਾਰਾਜ ਜੀ ਦਾ ਸ਼ਸਤਰਾਂ ਤੇ ਘੋੜਿਆਂ ਵੱਲ ਸੀਗਾ ਜੀ। ਕਿਉਂ? ਮੰਗੀ ਉਹ ਸੀਗੀ ਵੀ ਭਾਈ ਸਾਡੀ ਖੁਸ਼ੀ ਤਾਂ ਇਹ ਚੀਜ਼ਾਂ ਭੇਟਾ ਕਰੋਗੇ। ਇਹ ਨਹੀਂ ਵੀ ਜਿੰਨਾ ਮਾਇਆ ਚੜਾਈ ਉਹਨਾਂ ਤੇ ਖੁਸ਼ੀ ਨਹੀਂ, ਉਹਨਾਂ ਨੂੰ ਵੀ ਬਖਸ਼ਿਸ਼ਾਂ ਕੀਤੀਆਂ। ਹਾਂਜੀ। ਦਿਨ ਜੋਗ ਤਾਂ ਜਾਮ ਬਿਤਿਓ ਦਿਸ ਕਾਲ। ਕਹਿਣ ਲੱਗੇ ਇਸ ਤਰੀਕੇ ਨਾਲ ਦਿਨ ਜੁਗ ਜਾਮ ਬੀਤਿਓ ਤਿਸ ਕਾਲ। ਦਿਨ ਦੇ 2 ਪਹਿਰ ਸੱਚੇ ਪਾਤਸ਼ਾਹ ਜੀ ਦੇ ਇਸੇ ਤਰ੍ਹਾਂ ਲੰਘ ਗਏ ਜੀ।
ਦਰਸ ਦੀਨ ਸਿੱਖ ਕੀਨ ਨਿਹਾਲ। ਮਹਾਰਾਜ ਗਰੀਬ ਨਵਾਜ ਸਿੱਖਾਂ ਨੂੰ ਦਰਸ਼ਨ ਦਿੰਦੇ ਰਹੇ ਜੀ, ਨਿਹਾਲ ਕਰਦੇ ਰਹੇ ਸੱਚੇ ਪਾਤਸ਼ਾਹ। ਲਗਭਗ 7-8 ਘੰਟੇ ਬੈਠੇ ਰਹੇ, ਸ਼ਸਤਰ ਆਉਂਦੇ ਰਹੇ, ਘੋੜਿਆਂ ਦੀ ਪਰਖ ਕਰਦੇ ਰਹੇ, ਮਹਾਰਾਜ ਨਿਹਾਲ ਕਰਦੇ ਰਹੇ ਜੀ। ਹਾਂਜੀ, ਅਨ ਗਨ ਚੜ੍ਹੀ ਉਪਾਏ ਨੇ ਅੱਗੇ। ਬਾਕੀ ਹੋਰ ਭੇਟਾਵਾਂ, ਕੜੇ, ਹੋਰ ਬਸਤਰ ਜਿਹੜੇ ਚੜ੍ਹੇ ਆ ਉਹਨਾਂ ਦੀ ਤਾਂ ਗਿਣਤੀ ਨਹੀਂ ਹੈਗੀ ਜੀ, ਵੀ ਕਿੰਨੇ ਕੁ ਚੜ੍ਹ ਗਏ ਆ। ਹਾਂਜੀ, ਅਨਰਾਗੇ ਹੈ ਗੁਰ ਪਗ ਬੜ ਭਾਗੇ। ਗੱਜ ਕੇ ਆਖੋ ਅਨੁਰਾਗ ਹੈ ਗੁਰ ਪਗ ਬੜ ਭਾਗੇ। ਸਿੱਖ ਮਹਾਰਾਜ ਜੀ ਨੂੰ ਵਸਤੂਆਂ ਭੇਟਾ ਕਰਕੇ ਸੰਗਤ ਜੀ, ਵੱਡੇ ਭਾਗਾਂ ਵਾਲੇ ਸਿੱਖ ਮਨ ਵਿੱਚ ਸਤਿਗੁਰੂ ਜੀ ਦਾ ਪਿਆਰ ਹੀ ਚਾਹੁੰਦੇ ਆ ਜੀ। ਹੁਣ ਵੇਖੋ ਨਾ ਜੀ, ਰੁਮਾਲਾ ਸਾਹਿਬ ਭੇਟਾ ਕੀਤਾ ਜੀ, ਤੇ ਕਈ ਮੇਰੇ ਵਰਗੇ ਫਾਰਮੈਲਿਟੀ ਕਰਦੇ ਆ ਵੀ ਲਾਵਾਂ ਤੇ ਜਾਣਾ, ਇੱਕ ਰੁਮਾਲਾ ਸਾਹਿਬ ਕੁੜੀ ਵਾਲੇ ਲੈ ਆਉਂਦੇ ਆ, ਇੱਕ ਸਿੰਘ ਵਾਲੇ ਲੈ ਆਉਂਦੇ ਆ, ਫਾਰਮੈਲਿਟੀ ਜੀ ਕਰਦੇ ਆ। ਕਿਉਂ? ਅੰਦਰ ਪਿਆਰ ਨਹੀਂ ਹੈਗਾ ਜੀ। ਸਿੱਖ ਮਹਾਰਾਜ ਨੂੰ ਵਸਤੂਆਂ ਭੇਟਾ ਕਰਦੇ ਆ ਤੇ ਮਨ ਵਿੱਚ ਸਤਿਗੁਰਾਂ ਦਾ ਪਿਆਰ ਚਾਹੁੰਦੇ ਆ ਵੀ ਮਹਾਰਾਜ ਜੀ ਦਾ ਪਿਆਰ ਸਾਡੇ ਹਿਰਦੇ ਵਿੱਚ ਵਸ ਜਾਵੇ, ਸਤਿਗੁਰੂ ਜੀ ਦਾ ਸੋਹਣਾ ਸਰੂਪ ਸਾਡੇ ਹਿਰਦੇ ਵਿੱਚ ਵਸ ਜਾਵੇ। ਨੌਬਤ ਖਾਨੋਂ ਵਜੇ ਅਗਾਰੀ। ਤੇ ਹੁਣ ਨਾ ਮਹਾਰਾਜ ਜੀ ਦੇ ਘਰ ਦੇ ਬਾਹਰ ਨੌਬਤ ਵੱਜ ਰਹੀ ਹੈ। ਤੁਸੀਂ ਕਹੋਗੇ ਹਜ਼ੂਰ ਸਾਹਿਬੋਂ ਆਇਆ ਤੇ ਹਰ ਗੱਲ ਹਜ਼ੂਰ ਸਾਹਿਬ ਨਾਲ ਹੀ ਜੋੜੀ ਜਾਂਦਾ। ਗੱਲ ਉਹ ਨਹੀਂ ਹੈ। ਗੱਲ ਇਹ ਹੈ ਵੀ ਤਖਤ ਹੈ ਮਹਾਰਾਜ ਦਾ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਸਤਿਗੁਰੂ ਜੀ ਆ ਕੇ ਬੈਠਦੇ ਆ। ਹੁਣ ਧਿਆਨ ਨਾਲ ਸੁਣੋ, ਉੱਥੇ ਵੀ ਸਵੇਰੇ ਸ਼ਾਮ ਨੌਬਤ ਵੱਜਦੀ ਹੈ ਜੀ। ਬਾਹਰ ਨਾ ਜੀ ਉਹ ਨੌਬਤ ਰੱਖ ਕੇ ਬੈਠੇ ਹੁੰਦੇ ਆ ਉੱਧਰ ਦੇ ਲੋਕ। ਜਦੋਂ ਸ਼ਾਮ ਨੂੰ ਸੋਧਰ ਦਾ ਪਾਠ ਸੰਪੂਰਨ ਹੁੰਦਾ, ਨੌਬਤ ਵੱਜਣੀ ਸ਼ੁਰੂ ਹੋ ਜਾਂਦੀ ਜੀ। ਸ਼ਹਿਨਾਈਆਂ ਹੁੰਦੀਆਂ ਨੇ ਜੀ, ਨੌਬਤ ਵੱਜਣੀ। ਉਹ ਕੀ ਹੁੰਦਾ ਜੀ? ਉਹ ਰਾਜੇ ਮਹਾਰਾਜਿਆਂ ਦੇ ਦਰਬਾਰਾਂ 'ਚ ਖੁਸ਼ੀ ਨਾਲ ਵੱਜਦੀਆਂ ਜੀ। ਹਾਂਜੀ, ਸਭ ਕੋ ਦਿਓ ਦਾਨ ਤਬ ਭਾਰੀ। ਨੌਬਤ ਵਜਾਉਣ ਵਾਲਿਆਂ ਨੇ ਨੌਬਤ ਵਜਾਈ ਹੈ ਜੀ। ਗੁਰੂ ਹਰਗੋਬਿੰਦ ਸਾਹਿਬ ਦਿਆਲੂ ਕਿਰਪਾਲੂ ਸੱਚੇ ਪਾਤਸ਼ਾਹ ਸਤਿਗੁਰਾਂ ਨੇ ਸਾਰਿਆਂ ਨੂੰ ਦਾਨ ਦਿੱਤਾ ਹੈ ਜੀ, ਰੱਜ ਰੱਜ ਕੇ ਦਾਨ ਦਿੱਤਾ ਹੈ। ਹਾਂਜੀ, ਢਾਡੀ ਭਾਟ ਕਲਾਵਤ ਚਾਰਨ। ਢਾਡੀ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ, ਢਾਡੀ ਵੀ ਆਏ। ਅਕਾਲ ਤਖਤ ਸਾਹਿਬ ਦੀਵਾਨ ਲੱਗਾ, ਅੱਜ ਵੀ ਢਾਡੀਆਂ ਦਾ ਲੱਗਦਾ। ਸਾਧ ਸੰਗਤ ਜੀ ਉਹਨਾਂ ਨੇ ਫਿਰ ਮਹਾਰਾਜ ਜੀ ਦੀਆਂ ਵਾਰਾਂ ਗਾਈਆਂ ਜੀ। ਆਖੋ ਗੱਜ ਕੇ ਵਾਹਿਗੁਰੂ। ਉਹ ਜਿਹੜੇ ਢਾਡੀ ਉਹ ਤੇ ਬਹੁਤ ਉੱਚੀ ਬੋਲ ਬੋਲ ਕੇ ਵਾਰਾਂ ਗਾਉਂਦੇ, ਅਸੀਂ ਉੱਚੀ ਵਾਹਿਗੁਰੂ ਨਹੀਂ ਕਹਿ ਸਕਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਮਹਾਰਾਜ ਜੀ ਦੀਆਂ ਵਾਰਾਂ ਗਾਉਂਦੇ, ਸੱਚੇ ਪਾਤਸ਼ਾਹ ਜੀ ਦੀਆਂ ਇਤਿਹਾਸ ਸੁਣਾਉਂਦੇ ਆ। ਭਾਟ ਜਿਨ੍ਹਾਂ ਦੇ ਸਵਈਏ ਨੇ ਉਹ ਵੀ ਭੱਟ ਉੱਥੇ ਮੌਜੂਦ ਨੇ। ਸਾਧ ਸੰਗਤ ਜੀ ਉਹ ਵੀ ਭੱਟ ਸਤਿਗੁਰਾਂ ਦਾ ਜਸ ਕਰਦੇ ਆ। ਕਲਾਵਤ ਚਾਰਨ। ਗੱਜ ਕੇ ਆਖੋ ਕਲੌਂਤ ਜਿਹੜੇ ਆ ਉਹ ਮਹਾਰਾਜ ਦੇ ਕੁੱਲ ਦੀ ਕੀਰਤੀ। ਕਲੌਂਤ ਕਹਿੰਦੇ, ਕਲਾਵਤ ਕਹਿੰਦੇ ਜਿਹੜੇ ਕੁੱਲ ਦਾ ਹਿਸਾਬ ਕਿਤਾਬ ਦੱਸਦੇ ਆ, ਜਿਵੇਂ ਮਿਰਾਸੀ ਹੁੰਦੇ ਆ। ਉਹ ਗੁਰੂ ਹਰਗੋਬਿੰਦ ਸਾਹਿਬ ਦੀ ਕੁੱਲ ਨੂੰ ਨਮਸਕਾਰਾਂ ਕਰਦੇ। ਧੰਨ ਗੁਰੂ ਰਾਮਦਾਸ ਦੀ ਕੁੱਲ ਕਹਿੰਦੇ, ਧੰਨ ਗੁਰੂ ਅਰਜਨ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਬਾਹਰ ਖਲੋਤੇ ਉੱਚੀ ਉੱਚੀ ਦੱਸ ਕਰਦੇ ਆ। ਹਾਂਜੀ, ਜਗ ਗੁਰ ਕੋ ਜਸ ਕੀਨ ਉਚਾਰਨ। ਜਗਤ ਦੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਕਰਦੇ ਆ, ਵਡਿਆਈਆਂ ਕਰਦੇ ਆ। ਤੁਸੀਂ ਵੀ ਕਹੋ ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਇੱਕ ਵਾਰੀ ਅਸੀਂ ਦੋਵੇਂ ਇਕੱਠੇ, ਫਿਰ ਕੱਲਿਆਂ ਤੁਸੀਂ ਸੰਗਤ ਗੱਜ ਕੇ ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਗੱਜ ਕੇ
ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਗੱਜ ਕੇ ਮਹਾਰਾਜ ਗਰੀਬ ਨਵਾਜ ਜੀ ਦਾ ਜਸ ਕਰਦੇ ਆ, ਵਡਿਆਈਆਂ ਕਰਦੇ ਆ। ਬਸਤਰ ਦਰਬ ਦੀਨੇ ਸਮਦਾਏ, ਪਾਏ ਦਾਨ ਕੋ ਸਭ ਹਰ ਖਾਏ। ਜਿਨ੍ਹਾਂ ਜਿਨ੍ਹਾਂ ਨੇ ਬਸਤਰ ਸ਼ਸਤਰ ਮਹਾਰਾਜ ਜੀ ਨੂੰ ਭੇਟਾ ਕੀਤੇ, ਸਤਿਗੁਰਾਂ ਨੇ ਫਿਰ ਸਾਰਿਆਂ ਤੇ ਮਿਹਰਾਂ ਕੀਤੀਆਂ ਜੀ, ਰਹਿਮਤਾਂ ਕੀਤੀਆਂ। ਜਿਹੇ ਜਿਹੇ ਨਿਕੋ ਲਾਏ ਤੁਰੰਗ, ਜਿਹੜੇ ਜਿਹੜੇ ਬੜੇ ਸੋਹਣੇ ਸੋਹਣੇ ਮਹਾਰਾਜ ਵਾਸਤੇ ਬੰਦੂਕਾਂ ਲੈ ਕੇ ਆਏ। ਕਹਿ ਖੰਡਾ ਖਰ ਖੜਗ ਖਤੰਗ, ਜਾਂ ਕੋਈ ਸੰਗਤ ਜੀ ਤੀਰ ਲੈ ਕੇ ਆਇਆ, ਕੋਈ ਖੰਡਾ ਲੈ ਕੇ ਆਇਆ, ਕੋਈ ਤਲਵਾਰ ਲੈ ਕੇ ਆਇਆ। ਤੁਮਰ ਤਬਰ ਤਮਾਚ ਤੁਫੰਗ, ਜਾਂ ਫਿਰ ਸਾਧ ਸੰਗਤ ਜੀ ਕੋਈ ਨੇਜਾ ਲੈ ਕੇ ਆਇਆ, ਕੋਈ ਕੁਹਾੜਾ ਲੈ ਕੇ ਆਇਆ, ਕੋਈ ਤਮਾਚ, ਕੋਈ ਬੰਦੂਕ ਲੈ ਕੇ ਆਇਆ। ਸੇਲ ਸਰਾਸਨ ਸੰਗ ਸੁਰੰਗ, ਕੋਈ ਬਰਛਾ, ਕੋਈ ਧਨੁਖ, ਕੋਈ ਸੁੱਟ ਕੇ ਮਾਰਨ ਵਾਲੀਆਂ ਬਰਛੀਆਂ ਲੈ ਕੇ ਆਏ। ਜਿਹੜੇ ਜਿਹੜੇ ਕੋਈ ਸ਼ਸਤਰ ਲੈ ਕੇ ਆਏ। ਤਿਸ ਕੋ ਬੂਝੇ ਹੈ ਨਿਕਟ ਹਕਾਰ, ਤਿਸ ਕੋ ਬੂਝੇ ਹੈ ਨਿਕਟ ਹਕਾਰ। ਮਹਾਰਾਜ ਉਹ ਸਿੱਖ ਨੂੰ ਨੇੜੇ ਸੱਦ ਲੈਂਦੇ। ਆਪ ਹੀ ਇੱਧਰ ਦੱਸ ਆਪਣੀ ਬੰਦੂਕ ਦਾ ਵਿਸ਼ੇਸ਼ਤਾ ਦੱਸ ਇਹਦੀ। ਹਾਂਜੀ, ਕਰਹਿ ਸਰਾਹਨ ਆਸ ਹਥਿਆਰ। ਫਿਰ ਨਾ ਉਹ ਮਹਾਰਾਜ ਨੂੰ ਦੱਸਦਾ, ਮਹਾਰਾਜ ਇਸ ਤਰ੍ਹਾਂ ਚੱਲਦੀ ਹੈ, ਮਹਾਰਾਜ ਆ ਸ੍ਰੀ ਸਾਹਿਬ ਚਾਹ ਗੁਣ ਹੈਗਾ ਸੱਚੇ ਪਾਤਸ਼ਾਹ। ਫਿਰ ਉਹਦੀ ਸਿਫਤ ਕਰਦੇ, ਉਹ ਸਿੱਖ ਨੂੰ ਵੀ ਸ਼ਾਬਾਸ਼ੇ ਦਿੰਦੇ ਆ। ਹਾਂਜੀ, ਕਿਰਪਾ ਦ੍ਰਿਸ਼ਟ ਕੋ ਦੇਖਤ ਬੋਲਾਂ, ਸੁਣ ਸਿੱਖ ਪਾਏ ਸੋ ਅਨੰਦ ਅਤੁੱਲ। ਤੇ ਮਹਾਰਾਜ ਗਰੀਬ ਨਵਾਜ ਮਿਹਰ ਦੀ ਦ੍ਰਿਸ਼ਟੀ ਕਰਕੇ ਨਾ ਉਹਨਾਂ ਸਿੱਖਾਂ ਤੇ, ਸੁਣ ਸਿੱਖ ਪਾਏ ਸੋ ਆਨੰਦ ਅਤੁੱਲ ਹੈ। ਮਹਾਰਾਜ ਕਹਿੰਦੇ ਸਿੱਖਾ ਤੂੰ ਸਾਡਾ ਬਚਨ ਮੰਨ ਕੇ ਸ਼ਸਤਰ ਲੈ ਕੇ ਆਇਆ, ਗੁਰੂ ਨਾਨਕ ਸਾਹਿਬ ਮਿਹਰ ਕਰਨ ਤੈਨੂੰ ਬੜਾ ਹੀ ਆਨੰਦ ਮਿਲੇ ਕਹਿਣ ਲੱਗੇ, ਤੈਨੂੰ ਬੜਾ ਹੀ ਸੁੱਖ ਮਿਲੇ ਕਹਿਣ ਲੱਗੇ। ਹਾਂਜੀ, ਸੰਗਤ ਮਹਿ ਪ੍ਰਸਿੱਧ ਭਈ ਬਾਤ। ਸੋ ਸਾਰੀ ਸੰਗਤ ਦੇ ਵਿੱਚ ਇਹ ਗੱਲ ਪ੍ਰਸਿੱਧ ਹੋ ਗਈ ਜੀ। ਹਾਂਜੀ, ਸ਼ਸਤਰ ਤੁਰੰਗ ਤੇ ਗੁਰ ਹਰਖਾਤ। ਵੀ ਭਾਈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਉਹਦੇ ਤੇ ਬੜਾ ਖੁਸ਼ ਹੁੰਦੇ ਜਿਹੜਾ ਮਹਾਰਾਜ ਨੂੰ ਘੋੜਾ ਭੇਟਾ ਕਰਦਾ ਹੈ, ਜੋ ਜਿਹੜਾ ਸਤਿਗੁਰਾਂ ਨੂੰ ਸ਼ਸਤਰ ਭੇਟਾ ਕਰਦਾ ਹੈ। ਜੋ ਨਹਿ ਲਿਆਏ ਔਰ ਪਛਤਾਏ। ਉਹ ਫਿਰ ਜਿਹੜੇ ਨਹੀਂ ਨਾ ਘੋੜਾ ਤੇ ਸ਼ਸਤਰ ਲੈ ਕੇ, ਉਹ ਬੜੇ ਪਛਤਾਉਣ, ਯਾਰ ਅਸੀਂ ਵੀ ਲੈ ਆਉਂਦੇ, ਮਹਾਰਾਜ ਸਾਡੇ ਤੇ ਵੀ ਹੋਰ ਖੁਸ਼ ਹੁੰਦੇ। ਹਾਂਜੀ, ਜਿਨਹੁ ਚੜਾਏ ਖੁਸ਼ੀ ਸੋ ਪਾਏ। ਤੇ ਜਿਨ੍ਹਾਂ ਨੇ ਆਹ ਵਸਤੂਆਂ ਚੜਾਈਆਂ ਉਹਨਾਂ ਨੂੰ ਤੇ ਬਹੁਤੀ ਖੁਸ਼ੀ ਦਿੱਤੀ ਸਤਿਗੁਰਾਂ ਨੇ। ਹਾਂਜੀ, ਢਰੇ ਦੁਪਹਿਰੇ ਕੋ ਮਨ ਜਾਣ, ਜਥਾ ਜੋਗ ਕੇ ਖੁਸ਼ੀ ਮਹਾਨ। ਵੇਖ ਲੋ ਸਵੇਰ ਦੇ ਮਹਾਰਾਜ ਤਖਤ ਸਾਹਿਬ ਤੇ ਬੈਠੇ, ਦੁਪਹਿਰ ਵੀ ਬੈਠੇ ਰਹੇ, ਦੁਪਹਿਰਾਂ ਵੀ ਲੰਘ ਗਈਆਂ ਜੀ। ਹਾਂਜੀ, ਉੱਠ ਕਰ ਆਪਣੇ ਮਹਿਲ ਸੁਧਾਰੇ। ਫਿਰ ਮਹਾਰਾਜ ਉੱਠ ਕੇ ਗੁਰੂ ਕੇ ਮਹਿਲਾਂ ਨੂੰ ਚਲੇ ਗਏ। ਤੇਜ ਤੁਰੰਗ ਹੋਏ ਅਸਵਾਰੇ। ਵਾਹ 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 ਵਾਹ। ਕਹਿੰਦੇ ਫੁਰਤੀਲੇ ਘੋੜੇ ਤੇ ਸਵਾਰ ਹੋ ਕੇ ਮਹਾਰਾਜ ਗਏ ਜੀ। ਘੋੜੇ ਬੜੇ ਬੜੇ ਆਏ ਨਾ। ਹਾਂਜੀ, ਦਿਓ ਹੁਕਮ ਬੜ ਬਨਤ ਬੇਲਾ। ਹੁਕਮ ਕੀਤਾ ਮਹਾਰਾਜ ਨੇ, ਘੋੜੇ ਬੜੇ ਆ ਗਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਨੂੰ ਕਹਿੰਦੇ ਭਾਈ ਹੁਣ ਘੋੜੇ ਬੜੇ ਆ ਗਏ, ਤਬੇਲਾ ਵੱਡਾ ਕਰ ਲੋ ਕਹਿਣ ਲੱਗੇ। ਵੱਡਾ ਤਬੇਲਾ ਬਣਾਵੋ, ਤੁਰੰਗ ਦਾਸ ਗਨ ਕਰੋ ਸਕੇਲਾ। ਤੇ ਮਹਾਰਾਜ ਕਹਿਣ ਲੱਗੇ ਘੋੜਿਆਂ ਦੀ ਰਾਖੀ ਵਾਸਤੇ ਸਿੱਖ ਵੀ ਵਧਾਓ। ਵੇਖੋ ਮਹਾਰਾਜ ਨੂੰ ਘੋੜੇ ਬੜੇ ਹੀ ਚੰਗੇ ਲੱਗਦੇ। ਕੀ ਕੀ ਦਸੀਏ ਤੁਹਾਨੂੰ ਬਚਨ ਸਤਿਗੁਰਾਂ ਦੇ, ਬੜੇ ਲੰਬਾ ਸਮਾਂ ਚਾਹੀਦਾ। ਉਹ ਬਾਬਾ ਬਿਧੀ ਚੰਦ ਜੀ ਵੇਖੋ, ਉਹ ਘੋੜੇ ਹੀ ਦੋਵੇਂ ਲੈ ਕੇ ਆਏ ਤੇ ਮਹਾਰਾਜ ਨੇ ਬਿਧੀ ਚੰਦ ਨੂੰ ਕਿਹਾ ਸੀ, ਬਿਧੀ ਚੰਦ ਤੂੰ ਸਾਡਾ ਸੀਨਾ ਬਣ ਗਿਆ ਕਹਿਣ ਲੱਗੇ। ਬਾਬਾ ਜੀ ਘੋੜੇ ਹੀ ਲੈ ਕੇ ਆਏ ਸੀ ਨਾ, ਉਰੋਂ ਫਿਰ ਕਿਹਾ ਸੀ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਤੇ ਪੁਰਾਣੇ ਜਿਹੜੇ ਮਹਾਂਪੁਰਖ ਨੇ ਨਾ ਸਾਡੇ ਕੌਮ ਦੇ, ਉਹ ਜਦੋਂ ਕਿਸੇ ਘੋੜੇ ਨੂੰ ਵੇਖਣ ਤਾਂ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਚੇਤਾ ਆਉਂਦਾ ਜੀ। ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ। ਹਾਂਜੀ, ਤੇ ਉਹ ਘੁਮਿਆਰ ਇੱਟਾਂ ਢੋ ਕੇ ਲੈ ਕੇ ਆਇਆ ਰੇੜੇ ਤੇ ਘੋੜਾ ਸੀਗਾ ਛੋਟੇ ਜਿਹੇ ਕੱਦ ਦਾ, ਉਹਦੇ ਕੋਲ ਗਧਾ ਨਹੀਂ ਸੀ, ਘੋੜਾ ਸੀਗਾ ਜੀ।
ਉਹ ਘੋੜੇ ਨੂੰ ਮਾਰੇ। ਹਾਂਜੀ, ਤੇ ਬਾਬਾ ਜੀ ਨੇ ਨਾ ਮੱਕੀ ਦੇ ਪ੍ਰਸ਼ਾਦਿਆਂ ਤੇ ਸਾਗ ਰੱਖ ਕੇ ਘੋੜੇ ਨੂੰ ਖਵਾਉਣ। ਕਹਿੰਦੇ ਖਬਰਦਾਰ, ਗੁਰੂ ਹਰਗੋਬਿੰਦ ਸਾਹਿਬ ਦਾ ਘੋੜਾ ਹੈ, ਜੇ ਇਹਨੂੰ ਕੁਝ ਕਿਹਾ ਕਹਿਣ ਲੱਗੇ। ਪਿਆਰ ਦੀਆਂ ਗੱਲਾਂ ਨੇ ਨਾ, ਕੱਜ ਕੇ ਆਖੋ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦਾ ਹੈ, ਇਹਨੂੰ ਕਹਿਣਾ ਕੁਝ ਨਹੀਂ। ਫਿਰ ਕਹਿੰਦੇ ਸਾਰੇ ਘੋੜੇ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਨੇ। ਮਹਾਰਾਜ ਪਿਆਰ ਹੀ ਇੰਨਾ ਕਰਦੇ ਸੀ ਘੋੜਿਆਂ ਨਾਲ ਜੀ। ਛੋਟੀ ਗੱਲ ਨਹੀਂ ਹੈ, ਘੋੜੇ ਦੀ ਜੂਨ ਵੀ ਮੈਂ ਸਮਝਦਾ ਮਹਾਨ ਹੋ ਜਾਵੇ ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਉੱਤੇ ਸਵਾਰੀ ਕਰ ਲੈਣ ਜੀ। ਹੋਰ ਕੀ ਚਾਹੀਦਾ ਸਾਧ ਸੰਗਤ ਜੀ। ਅਨੰਦਪੁਰ ਸਾਹਿਬ ਦੇ ਲਾਗੇ ਘੋੜੇ ਦੇ ਨਾਮ ਦਾ ਗੁਰਦੁਆਰਾ ਬਣਾਇਆ ਜੀ, ਗੁਰਦੁਆਰਾ ਸੁਹੇਲਾ ਘੋੜਾ ਸਾਹਿਬ। ਘੋੜੇ ਦਾ ਨਾਂ ਸੁਹੇਲਾ ਸੀਗਾ ਜੀ। ਅੱਗੇ ਜਾ ਕੇ ਕਥਾ ਆਏਗੀ, ਬੜੀ ਵਧੀਆ ਕਥਾ ਹੈ। ਸੁਹੇਲਾ ਘੋੜਾ ਕਿਵੇਂ ਜੰਗ ਦੇ ਮੈਦਾਨ 'ਚ ਕਰਤੱਵ ਵਿਖਾਉਂਦਾ ਹੈ ਜੀ। 1.25 ਮਣ ਲੋਹਾ ਉਹਦੇ ਵਿੱਚੋਂ ਨਿਕਲਿਆ ਸੀ, ਇੰਨੀਆਂ ਗੋਲੀਆਂ ਵੱਜੀਆਂ ਸਨ ਉਹਨੂੰ। ਸਤਿਗੁਰਾਂ ਨੇ ਆਪ ਉਸ ਘੋੜੇ ਦਾ ਸੰਸਕਾਰ ਕੀਤਾ ਸੀਗਾ। ਸੋ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਜੋਧਾ ਆਏ ਰਹਿਣ ਕੋ ਜਬੈ। ਮਹਾਰਾਜ ਕਹਿਣ ਲੱਗੇ ਭਾਈ ਘੋੜਿਆਂ ਦੇ ਸੇਵਾਦਾਰ ਵਧਾ ਲਓ। ਜਦੋਂ ਕੋਈ ਰਹਿਣ ਵਾਸਤੇ ਜੋਧਾ ਆਵੇ, ਰਾਖ ਲਿਓ ਹਮ ਸੋ ਕਹਿ ਤਬੈ। ਤੇ ਸਾਨੂੰ ਕਹਿ ਕੇ ਨਾ ਉਹਨੂੰ ਰੱਖ ਲਓ ਤੇ ਫੌਜ 'ਚ ਭਰਤੀ ਕਰ ਲੈਣਾ। ਕਹਿਣ ਲੱਗੇ ਫੌਜ ਬਣਾ ਲੈਣੀ ਅਸੀਂ। ਹਾਂਜੀ, ਸਰਬ ਤੁਰੰਗਣ ਦੀਜਹਿ ਦਾਨਾ। ਸਾਰੇ ਘੋੜਿਆਂ ਨੂੰ ਨਾ ਛੋਲਿਆਂ ਦੇ ਦਾਣੇ ਦਿਆ ਕਰੋ, ਮਹਾਰਾਜ ਕਹਿਣ ਲੱਗੇ। ਹਾਂਜੀ, ਚਪਲਣ ਚੂਰ ਘ੍ਰਿਤ ਮਿਸ਼ਟਾਨਾ। ਚੰਚਲ ਘੋੜਿਆਂ ਨੂੰ ਆਟਾ ਘਿਓ ਗੁੜ ਦੀ ਬਣਾਈ ਹੋਈ ਨਿਹਾਰੀ ਖਵਾਇਆ ਕਰੋ, ਮਹਾਰਾਜ ਕਹਿਣ ਲੱਗੇ। ਹਾਂਜੀ, ਬਾਜੀ ਕੈ ਸੁੰਦਰ ਹਥਿਆਰ। ਹਾਂਜੀ, ਕਹਿ ਦੇਵੋ ਦੇਹੋ ਆਵਹਿ ਵੇਚਨ ਹਾਰ। ਘੋੜਿਆਂ ਦੇ ਸੁੰਦਰ ਸਾਜੋ ਸਮਾਨ ਲਿਆਉਣ ਵਾਸਤੇ, ਵੇਚਣ ਵਾਸਤੇ ਕੋਈ ਆਵੇ ਸਾਨੂੰ ਦੱਸਣਾ। ਭਾਵ ਕਾਠੀ ਬਣਾਉਣ ਵਾਸਤੇ, ਲਗਾਮਾਂ ਵਾਸਤੇ, ਸਾਰਾ ਕੁਝ ਮਹਾਰਾਜ ਕਹਿੰਦੇ ਅਸੀਂ ਬਣਵਾਉਣਾ ਇਹਨਾਂ ਦਾ। ਹਾਂਜੀ, ਮਾਝੇ ਦੇਸ਼ ਦੁਆਬੇ ਜਾਵੈ। ਨਗਰਣ ਮਹਿ ਸੁਧ ਸਬਣ ਸੁਨਾਵੈ। ਗੱਜ ਕੇ ਆਖੋ। ਆ ਸਾਡੇ ਮਾਝੇ ਵਾਲੇ, ਅੱਗੇ ਦੁਆਬੇ ਵਾਲੇ, ਸਾਰੇ ਇੱਕ ਦੂਜੇ ਨੂੰ ਇਹੋ ਹੀ ਕਹਿਣ, ਭਾਈ ਜੇ ਗੁਰੂ ਹਰਗੋਬਿੰਦ ਸਾਹਿਬ ਨੂੰ ਖੁਸ਼ ਕਰਨਾ ਤੇ ਘੋੜਾ ਲੈ ਜਾਓ, ਸ਼ਸਤਰ ਲੈ ਜਾਓ। ਹਾਂਜੀ, ਭਟ ਰਹਿਬੋ ਚਾਹੇ ਢਿਗ ਹਮ ਆਵੈ। ਬਾਕੀ ਮਾਝੇ ਵਿੱਚ ਦੁਆਬੇ ਵਿੱਚ ਇਹ ਵੀ ਗੱਲ ਆ ਗਈ ਵੀ ਜੇ ਕੋਈ ਸੂਰਮਾ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਹ ਸਾਡੇ ਕੋਲ ਆਓ, ਅਸੀਂ ਆਪਣੀ ਫੌਜ ਵਿੱਚ ਉਹਨੂੰ ਭਰਤੀ ਕਰਾਂਗੇ। ਹਾਂਜੀ, ਕਰਹਿ ਚਾਕਰੀ ਧਨ ਕੋ ਪਾਵੈ। ਫਿਰ ਫਰੀ ਨਹੀਂ, ਮੁਕਤੋਂ ਮੁਕਤ ਨਹੀਂ ਕਰਾਵਾਂਗੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮਾਇਆ ਵੀ ਦਿਆ ਕਰਾਂਗੇ, ਤਨਖਾਹ ਵੀ ਦਿਆ ਕਰਾਂਗੇ ਯੋਧਿਆਂ ਨੂੰ। ਸ਼ੌਂਕ ਹੈ ਨਾ ਇੱਕ। ਹਾਂਜੀ, ਹੁਤੇ ਮਸੰਦ ਬਿਲੰਦ ਜੇ ਬ੍ਰਿੰਦ। ਜਿਹੜੇ ਵੱਡੇ ਵੱਡੇ ਮਸੰਦ ਨੇ, ਹਾਂਜੀ, 300 ਕਹੈ ਸ਼੍ਰੀ ਹਰਗੋਬਿੰਦ। ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਮਾਝੇ ਦੁਆਬੇ ਮਾਲਵੇ ਸਾਰੇ ਕਿਤੇ ਦੱਸ ਦਿਓ, ਜਿਨੇ ਜਿਨੇ ਫੌਜ 'ਚ ਭਰਤੀ ਹੋਣਾ ਆ ਕੇ ਭਰਤੀ ਹੋਵੇ। ਕਹਿਣ ਲੱਗੇ ਇਹ ਬਚਨ ਮਹਾਰਾਜ ਜੀ ਨੇ ਕਿਹਾ। ਸ਼੍ਰੀ ਗੰਗਾ ਮਾਤਾ ਕੇ ਮੰਦਿਰ ਗਮਨੇ ਤਬੇ ਦਿਪੇ ਦੋਤੋ ਸੁੰਦਰ। ਸੋ ਬੜੇ ਸੋਹਣੇ ਸਰੂਪ ਵਾਲੇ ਸਤਿਗੁਰੂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਹ ਬਚਨ ਕਰਕੇ ਮਾਤਾ ਗੰਗਾ ਜੀ ਦੇ ਕੋਲ ਚਲੇ ਗਏ। ਅੱਗੋਂ ਕਥਾ ਕੱਲ ਨੂੰ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਮਿਹਰ ਕਰਨ, ਕਿਰਪਾ ਕਰਨ। ਇਹ ਗੁਰੂ ਹਰਗੋਬਿੰਦ ਸਾਹਿਬ ਐਵੇਂ ਫਿਰ ਤਖਤ ਤੇ ਬੈਠੇ, ਸ਼ਸਤਰ ਬਸਤਰ ਸਤਿਗੁਰਾਂ ਦੇ ਕੋਲ ਆਏ। ਇੰਨੇ ਸ਼ਸਤਰ ਆਏ, ਸੰਗਤ ਜੀ ਢੇਰ ਹੀ ਲੱਗ ਗਏ ਜੀ ਸ਼ਸਤਰਾਂ ਦੇ, ਢੇਰ ਹੀ ਲੱਗ ਗਏ ਸ਼ਸਤਰਾਂ ਦੇ। ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰਾਂ ਕਰਨ। ਇਹ ਸਤਿਗੁਰੂ ਗਰੀਬ ਨਵਾਜ ਜੀ ਦੀ ਮੌਜ ਹੈ ਜੀ। ਤੇ ਆਪਾਂ ਕੀ ਲੈਣਾ, ਆਪਾਂ ਲੈਣੀ ਮਹਾਰਾਜ ਦੀ ਖੁਸ਼ੀ ਦੀ। ਜੋ ਗੁਰੂ ਜੀ ਨੇ ਕਹਿਤਾ ਉਹ ਭੇਟਾ ਕਰੀਏ ਜੀ। ਕਿਉਂ? ਸਾਡੇ ਲਈ ਗੁਰੂ ਹਰਗੋਬਿੰਦ ਸਾਹਿਬ ਹੀ ਪਰਮੇਸ਼ਰ ਹਨ। ਆਖੋ ਪਰਮੇਸ਼ਰ ਤੋਂ ਥੱਲੇ ਤੇ ਗੱਲ ਹੀ ਨਹੀਂ ਨਾ ਕਰਨੀ ਗੁਰੂ ਸਾਹਿਬ ਦੇ ਬਾਰੇ ਜੀ। ਇੰਨੀ ਸ਼ਰਧਾ ਰੱਖਣੀ। ਪੰਕਤੀ ਪੜ੍ਹ ਲਓ ਫਿਰ ਖਿਮਾ ਮੰਗੀਏ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਪਰਮੇਸ਼ਰ ਮੇਰਾ,
ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਇਹ ਸ਼ਰਧਾ ਰੱਖਣੀ, ਇਹ ਭਾਵਨਾ ਰੱਖਣੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ।